ਅੱਛਾ, ਕੀ ਇਹ ਸੱਚ ਹੈ ਕਿ ਆਪਣੇ ਬਹੁਤੇ ਲੋਕਾਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਹੈ ਕਿ ਡੋਮੈਸਟਿਕ ਵਾਇਲੈਂਸ ਹੈ? ਇਹ ਤਾਂ ਨਲਾਇਕ ਹੈ। ਸ਼ਰਮਾ ਜੀ ਦਾ ਮੁੰਡਾ ਦੇਖੋ ਕਿੰਨਾ ਚੰਗਾ ਹੈ, ਸਾਡੇ ਵੱਲ ਕੋਲ ਤਾਂ ਕੁਝ ਵੀ ਨਹੀਂ ਹੁੰਦਾ, ਪਾਸ ਵੀ ਬੜਾ ਔਖਾ ਹੋਣਾ ਹੈ। ਕੰਪੈਰੀਜ਼ਨ ਖਾ ਖਾ ਕੇ ਫੱਟੀ ਜਾ ਰਹੀ ਹੈ, ਲੌਂਠਾ ਜਿਹਾ ਹੋ ਗਿਆ, ਕੋਈ ਕੰਮ ਨਹੀਂ ਕਰ ਸਕਦਾ। ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਇਗਨੋਰਡ ਨੇ, ਜਿਨ੍ਹਾਂ ਨੂੰ ਕੋਈ ਇਹ ਮੰਨ ਕੇ ਨਹੀਂ ਰਾਜੀ? ਬਿਨਾਂ ਗਾਲ ਕੱਢੇ ਵੀ ਕਿਸੇ ਨੂੰ ਡਰਾ ਸਕਦੇ ਹੋ। ਕਈ ਮੰਨਦੇ ਹੋਣ ਜਾਂ ਕਹਿੰਦੇ ਹੋਣ ਕਿ ਸਾਡੇ ਨਾਲ ਇਹ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਪਰ ਉਹ ਨਾ ਹੋਵੇ। ਇਨ ਲਾਰਜਰ ਜੈਨੂਇਨ ਕੇਸਿਸ ਆਫ ਡੋਮੈਸਟਿਕ ਵਾਇਲੈਂਸ ਇਹ ਸਟਾਰਟ ਇੱਥੇ ਤੋਂ ਹੁੰਦਾ ਹੈ, ਇਹ ਖਤਮ ਬਹੁਤ ਗਲਤ ਜਗ੍ਹਾ ਹੁੰਦਾ ਹੈ। ਵਾਇਲੈਂਸ ਜਦੋਂ ਅਸੀਂ ਸੁਣਦੇ ਹਾਂ ਸਾਨੂੰ ਲੱਗਦਾ ਹੈ ਮਾਰ ਕੁਟਾਈ, ਗਾਲੀ ਗਲੋਚ, that is violence. Violence means control. ਪਰ ਵੇਖਣ ਦੇ ਵਿੱਚ, ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਬੰਦਿਆਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਦੇ ਉੱਤੇ ਸਗੋਂ ਹੋ ਰਿਹਾ ਉਲਟਾ ਡੋਮੈਸਟਿਕ ਵਾਇਲੈਂਸ। ਤਨਖਾਹ ਆਈ, ਹਸਬੈਂਡ ਦੀ ਆਈ, ਜਨਾਨੀ ਨੇ ਆਪਣੇ ਅਕਾਊਂਟ 'ਚ ਪਾ ਲਈ, ਮੈਂ ਆਪਣੇ ਹਿਸਾਬ ਨਾਲ ਖਰਚਾਂਗੀ। ਕਿੰਨੇ ਮਾਡਰਨ ਫੈਮਿਲੀਜ਼, ਪੜ੍ਹੀ ਲਿਖੀ ਫੈਮਿਲੀਜ਼, ਜੀ, ਉਹਨਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਬਹੁਤ ਪ੍ਰੈਵਲੈਂਟ ਹੈ। ਮਤਲਬ ਐਜੂਕੇਸ਼ਨ ਡਿਫਰੈਂਟ ਹੋ ਗਈ, ਸੋਸਾਇਟੀ ਡਿਫਰੈਂਟ ਹੋ ਗਈ, ਪਰ DNA ਜਿਹੜਾ ਪਿੱਛੋਂ ਚੱਲਦਾ ਆ ਰਿਹਾ ਹੈ, ਸਾਨੂੰ ਸਾਮ ਕਾਮ ਦੰਡ ਭੇਦ, ਫੰਡਿੰਗ ਗਵਰਨਮੈਂਟ ਦੀ ਲਿਮਿਟਡ ਹੈ, ਪੁਲਿਸ ਰਿਸੋਰਸਿਸ ਲਿਮਿਟਡ ਨੇ, ਸਰਵਿਸਿਜ਼ ਪ੍ਰੋਵਾਈਡ ਕਰਨ ਵਾਲੇ ਲਿਮਿਟਡ ਨੇ। ਮੈਂ ਕਿਹਾ ਬੇਟਾ ਦੈਟਸ ਗ੍ਰੇਟ, ਇਟਸ ਗੁੱਡ ਕਿ ਤੁਹਾਨੂੰ ਪਤਾ ਕਿ ਜੇ ਤੁਹਾਡੇ ਨਾਲ ਕੋਈ ਗਲਤ ਕਰੇ ਤੇ ਪੁਲਿਸ ਆਦਮੀ ਹੈ। ਉਸ ਤੋਂ ਬਾਅਦ ਕੀ ਹੋਏਗਾ? ਜਿਹੜੇ ਜੈਨੂਇਨ ਕੇਸਿਸ ਨੇ ਨਾ ਡੋਮੈਸਟਿਕ ਵਾਇਲੈਂਸ ਦੇ, ਉਹਨਾਂ ਨੂੰ ਬਹੁਤ ਹੈਲਪ ਦੀ ਜ਼ਰੂਰਤ ਹੈ। ਇੱਥੇ ਕਿਡਸ ਨੇ ਜਿੱਥੇ ਉਹਨਾਂ ਦੀ ਜਾਨ ਚਲੀ ਗਈ ਹੈ ਮਾਰ ਖਾ ਕੇ। ਇੱਕ ਨਾ ਜਨਰਲ ਟੈਂਡੈਂਸੀ ਹੈ ਕਿ ਅਨਪੜ੍ਹਾਂ ਦੇ ਵਿੱਚ ਹੁੰਦੀ ਡੋਮੈਸਟਿਕ ਵਾਇਲੈਂਸ, ਘੱਟ ਪੜ੍ਹੇ ਲਿਖੇ ਪਿਛੜੇ ਵਰਗ ਤੋਂ। ਕਈ ਵਾਰੀ ਕੁਝ ਵੀ ਨਹੀਂ ਹੁੰਦਾ, ਬੜੇ ਅੱਛੇ ਵੇ ਨਾਲ ਤੁਸੀਂ ਬੜੇ ਹੋ ਰਹੇ ਹੋ, ਪਰ ਦਿਮਾਗ ਦੇ ਵਿੱਚ ਨੁਕਸ ਹੁੰਦਾ ਕਿ ਮੈਂ ਤਾਂ ਕੰਟਰੋਲ ਕਰਨਾ। ਫਰੀडम ਦੀ ਨਾ ਬੜੀ ਪਿਆਰੀ ਚੀਜ਼ ਹੈਗੀ ਹੈ। ਤੁਹਾਡਾ ਇੱਦਾਂ ਦੇ ਮਿੱਤਰ ਹੋਣਗੇ ਜਿਨ੍ਹਾਂ ਨੂੰ ਗਾਲ ਕੱਢ ਕੇ ਗੱਲ ਕਰੋਗੇ ਤੇ ਉਹ ਮੁੱਸ ਕੇ ਬਹਿ ਜਾਣਗੇ ਕਿ ਵੀ ਆਈ ਡੋਂਟ ਲਾਈਕ ਇਟ। ਇੱਦਾਂ ਦੀ ਵੀ ਹੋਣਗੇ ਜਿਹੜੇ ਗਾਲ ਕੱਢ ਕੇ ਗੱਲ ਕਰਨਗੇ, ਤੁਸੀਂ ਵੀ ਗਾਲ ਕੱਢੋਗੇ, ਤੁਸੀਂ ਮਿੱਤਰ ਹੋ। ਆਪਾਂ ਕਹਿ ਤੇ ਦਿੰਦੇ ਹਾਂ ਡੋਮੈਸਟਿਕ ਵਾਇਲੈਂਸ, ਇੰਨਾ ਕੁ ਜ਼ਿਆਦਾ ਆਪਾਂ ਸ਼ਬਦ ਸੁਣਿਆ, ਪਰ ਟੈਕਨੀਕਲ ਭਾਸ਼ਾ ਦੇ ਵਿੱਚ ਇਹਨੂੰ ਕਿੱਦਾਂ ਐਕਸਪਲੇਨ ਕਰਾਂਗੇ ਆਪਾਂ? ਰੇਡੀਓ ਹਾਂਜੀ 1674 ਦੋਸਤੋ, ਸਵਾਗਤ ਤੁਹਾਡਾ। ਅੱਜ ਇੱਕ ਅਹਿਮ ਮੁੱਦੇ ਦੇ ਉੱਤੇ ਆਪਾਂ ਗੱਲ ਕਰਨ ਜਾ ਰਹੇ ਹਾਂ, ਜਿਹੜਾ ਸਾਡੇ ਭਾਈਚਾਰੇ ਦੇ ਵਿੱਚ, ਜਿਹੜਾ ਸਾਡੇ ਆਲੇ ਦੁਆਲੇ ਬਹੁਤ ਸਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ ਅਤੇ ਬੜਾ ਸਾਨੂੰ ਦੁੱਖ ਦਿੰਦਾ। ਇਹ ਅੱਗ ਜਿਹੜੀ ਦੂਰ ਦੂਰ ਸੁਣੀ ਦੀ ਹੁਣ ਸਾਡੇ ਘਰਾਂ ਦੇ ਵਿੱਚ, ਸਾਡੇ ਆਸ-ਪਾਸ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ ਕਿ ਹੁਣ ਸੁਣਨ ਦੇ ਵਿੱਚ ਹੈਰਾਨੀ ਨਹੀਂ ਆਉਂਦੀ, ਕਿਸੇ ਨੂੰ ਦੱਸਣ ਦੇ ਵਿੱਚ ਹੈਰਾਨੀ ਨਹੀਂ ਆਉਂਦੀ, ਕਿਉਂਕਿ ਇੰਨਾ ਜ਼ਿਆਦਾ ਇਹ ਕਾਮਨ ਮੁੱਦਾ ਹੋ ਚੁੱਕਾ। ਗੱਲ ਕਰਾਂਗੇ ਆਪਾਂ ਡੋਮੈਸਟਿਕ ਵਾਇਲੈਂਸ ਦੇ ਉੱਤੇ। ਸਾਡੇ ਨਾਲ ਇਸ ਟਾਈਮ ਦੀਪਿਕਾ ਗੁਪਤਾ ਸਿੰਗਲਾ ਜੀ ਨੇ। ਲਗਾਤਾਰ ਇਹਨਾਂ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਅੱਜ ਵੀ ਆਪਾਂ ਇਹਨਾਂ ਦੀ ਜਾਣਕਾਰੀ ਤੋਂ ਆਪਾਂ ਲਾਹਾ ਲਵਾਂਗੇ। ਰਿਲੇਸ਼ਨਸ਼ਿਪ ਕਾਉਂਸਲਰ ਨੇ, ਲੰਮੇ ਸਮੇਂ ਤੋਂ ਆਪਣੇ ਭਾਈਚਾਰੇ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਨੇ ਅਤੇ ਅੱਜ ਇਸ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਇਹਨਾਂ ਨੂੰ ਬੁਲਾਇਆ। ਦੀਪਿਕਾ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕੀ ਹਾਲ, ਤੁਸੀਂ ਠੀਕ ਠਾਕ ਹੋ? ਰੱਬ ਰਾਖਾ। ਠੰਡ ਤੋਂ ਬਚੇ ਹੋ? ਨਹੀਂ, ਥੋੜ੍ਹੀ ਜਿਹੀ ਖੰਘ ਹੈਗੀ। ਖੰਘ ਲੱਗੀ ਹੈ? ਹਾਂਜੀ। ਮੈਂ ਉਹ ਜਾਣਨਾ ਚਾਹ ਰਿਹਾ ਵੀ ਜਿਹੜੇ ਸਪੈਸ਼ਲਿਸਟ ਲੋਕ ਨੇ, ਕੀ ਉਹਨਾਂ ਨੂੰ ਵੀ ਖੰਘ ਲੱਗਦੀ ਹੈ? ਹਿਊਮਨ ਬੀਇੰਗਸ, ਸਾਡੇ ਤੇ ਵੀ ਡੋਮੈਸਟਿਕ ਵਾਇਲੈਂਸ ਹੋ ਸਕਦੀ ਹੈ, ਹੈ ਨਾ। ਆਪਾਂ ਸੋਚ ਲੈਂਦੇ ਹਾਂ ਵੀ ਆਹ ਬੰਦਾ ਬੜੀਆਂ ਸੋਹਣੀਆਂ ਗੱਲਾਂ ਕਰਦਾ, ਇਹ ਤੇ ਰਿਲੇਸ਼ਨਸ਼ਿਪ ਪੜ੍ਹਿਆ ਵਾ, ਇਹ ਤੇ ਪੜ੍ਹਾਉਂਦਾ ਵਾ, ਇਹ ਤੇ ਕਾਉਂਸਲਰ ਆ, ਇਹ ਤੇ ਵੱਡੇ ਅਹੁਦੇ ਦੇ ਉੱਤੇ ਆ, ਇਹਨੇ PhD ਕੀਤੀ ਆ। ਪਰ ਇਹ ਚੀਜ਼ ਜਦੋਂ ਆਉਂਦੀ ਆ ਰਿਸ਼ਤੇ ਨਿਭਾਉਣ ਦੇ ਉੱਤੇ, ਤੇ ਫਿਰ ਹਰ ਇੱਕ ਬੰਦਾ ਸਟਰਗਲ ਕਰਦਾ। ਬਿਲਕੁਲ ਬਿਲਕੁਲ, ਬਿਕਾਜ਼ ਹਰ ਇੱਕ ਦੀ ਰਿਲੇਸ਼ਨਸ਼ਿਪ ਨਿਭਾਉਣ ਦੀ ਜਿਹੜੀ ਸਲਾਹੀਅਤ ਹੈ ਉਹ ਤੁਹਾਡੇ ਅਪਬ੍ਰਿੰਗਿੰਗ, ਐਕਸਪੀਰੀਐਂਸਿਸ, ਪਰਸਨਲ ਬਿਲੀਫਸ ਬਹੁਤ ਦੇ ਉੱਤੇ ਡਿਪੈਂਡ ਕਰਦੀ ਹੈ। ਅਸੀਂ ਇੱਕ ਨਾ ਜਨਰਲ ਟੈਂਡੈਂਸੀ ਹੈ ਕਿ ਅਨਪੜ੍ਹਾਂ ਦੇ ਵਿੱਚ ਹੁੰਦੀ ਡੋਮੈਸਟਿਕ ਵਾਇਲੈਂਸ, ਘੱਟ ਪੜ੍ਹੇ ਲਿਖੇ ਪਿਛੜੇ ਵਰਗ ਤੋਂ। ਯੂ ਵਿਲ ਬੀ ਸਰਪ੍ਰਾਈਜ਼ਡ ਕਿੰਨੇ ਮਾਡਰਨ ਫੈਮਿਲੀਜ਼, ਪੜ੍ਹੀ ਲਿਖੀ ਫੈਮਿਲੀਜ਼, ਉਹਨਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਬਹੁਤ ਪ੍ਰੈਵਲੈਂਟ ਹੈ, ਮਤਲਬ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ। ਜ਼ਿਆਦਾ ਪੜ੍ਹੇ ਲਿਖੇ ਤਰੀਕੇ ਨਾਲ ਹੁੰਦੀ ਹੈ, ਬਸ ਦੈਟਸ ਇਟ। ਉਹਦਾ ਰੂਪ ਚੇਂਜ ਹੋ ਜਾਂਦਾ ਹੈ। ਐਂਡ ਵੀ ਵਿਲ ਡਿਸਕਸ ਕਿ ਕਿੰਨੇ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਹੁੰਦੀ ਹੈ। ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਵਰਗ, ਹਰ ਸੈਕਟਰ, ਹਰ ਜਾਤੀ, ਧਰਮ, ਐਵਰੀਵੇਅਰ ਪ੍ਰੋਬਲਮ ਇਹ ਪ੍ਰੈਵਲੈਂਟ ਹੈਗੀ। ਵੈਸੇ ਕਿੰਨਾ ਕੁਛ ਹੈ ਇਹਦੇ ਬਾਰੇ, ਅਤੇ ਬੜਾ ਵਾਈਡ ਇਹ ਵਿਸ਼ਾ, ਅਤੇ ਆਪਣੇ ਕਮਿਊਨਿਟੀ ਦੇ ਵਿੱਚ, ਭਾਈਚਾਰੇ 'ਚ ਕਿੰਨੇ ਸਾਰੇ ਕੇਸ ਨੇ ਅਤੇ ਅਲੱਗ-ਅਲੱਗ ਤਰ੍ਹਾਂ ਦੇ ਨੇ, ਅਲੱਗ-ਅਲੱਗ ਰੂਪ ਨੇ, ਕਿਤੇ ਕੁੜੀ ਵੱਲੋਂ, ਕਿਤੇ ਮੁੰਡੇ ਵੱਲੋਂ, ਕਿਤੇ ਉਹਨਾਂ ਦੇ ਮਾਂ ਪਿਓ ਵੱਲੋਂ, ਕਦੇ ਬੱਚਿਆਂ ਵੱਲੋਂ, ਕਦੇ ਸੁਸਾਇਟੀ ਵੱਲੋਂ, ਕਦੇ ਜੋਬ ਵੱਲੋਂ। ਸੋ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੇ ਰੂਪ ਨੇ। ਸੋ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹਨੂੰ ਆਪਾਂ ਅੱਜ ਦੇ ਇਸ ਵਿਸ਼ੇ ਨੂੰ 2 ਭਾਗਾਂ ਦੇ ਵਿੱਚ ਕਰਾਂਗੇ।
ਡੋਮੈਸਟਿਕ ਵਾਇਲੈਂਸ ਸਭ ਤੋਂ ਪਹਿਲਾਂ ਤਾਂ ਆਪਾਂ ਜਾਣ ਲਈਏ ਅੱਜ ਦੇ ਇਸ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਕਿ ਡੋਮੈਸਟਿਕ ਵਾਇਲੈਂਸ ਹੈ ਕੀ। ਆਪਾਂ ਕਹਿ ਤੇ ਦਿੰਦੇ ਹਾਂ ਡੋਮੈਸਟਿਕ ਵਾਇਲੈਂਸ, ਇੰਨਾ ਕੁ ਜ਼ਿਆਦਾ ਆਪਾਂ ਸ਼ਬਦ ਸੁਣਿਆ, ਪਰ ਟੈਕਨੀਕਲ ਭਾਸ਼ਾ ਦੇ ਵਿੱਚ ਇਹਨੂੰ ਕਿੱਦਾਂ ਐਕਸਪਲੇਨ ਕਰਾਂਗੇ ਆਪਾਂ? 2 ਵਰਡਸ ਨੇ, ਡੋਮੈਸਟਿਕ ਤੇ ਵਾਇਲੈਂਸ। ਸਭ ਤੋਂ ਪਹਿਲਾਂ ਡੋਮੈਸਟਿਕ ਮੀਨਸ ਐਨੀਥਿੰਗ ਦੈਟਸ ਹੈਪਨਿੰਗ ਤੁਹਾਡੀ ਘਰ ਦੀ ਚਾਰ ਦੀਵਾਰੀ ਦੇ ਵਿੱਚ। ਓਕੇ, ਦੈਟਸ ਡੋਮੈਸਟਿਕ। ਜੇ ਘਰ ਤੋਂ ਬਾਹਰ ਹੋ ਰਿਹਾ ਇਟ ਇਜ਼ ਨਾਟ ਡੋਮੈਸਟਿਕ ਵਾਇਲੈਂਸ, ਮਤਲਬ ਘਰ ਵਾਲਿਆਂ ਤੋਂ ਬਾਹਰ ਹੋ ਰਿਹਾ ਦੈਨ ਇਟ ਇਜ਼ ਨਾਟ ਡੋਮੈਸਟਿਕ ਵਾਇਲੈਂਸ। ਵਾਇਲੈਂਸ ਜਦੋਂ ਅਸੀਂ ਸੁਣਦੇ ਹਾਂ ਸਾਨੂੰ ਲੱਗਦਾ ਹੈ ਮਾਰ ਕੁਟਾਈ, ਗਾਲੀ ਗਲੋਚ, ਯੂ ਨੋ ਦੈਟ ਇਜ਼ ਵਾਇਲੈਂਸ। ਵਾਇਲੈਂਸ means control, humiliation, ਮਾਰ ਕੁਟਾਈ, isolation, ਇਹ ਸਭ ਕੁਝ ਵਾਇਲੈਂਸ ਦੇ ਵਿੱਚ ਆਉਂਦਾ ਹੈ। ਆਪਣੇ ਮੁਤਾਬਕ ਕਿਸੇ ਨੂੰ ਚਲਾਉਣ ਦੀ ਕੋਸ਼ਿਸ਼। ਬਿਲਕੁਲ, ਆਪਣੇ ਮੁਤਾਬਕ ਕਿਸੇ ਨੂੰ ਚਲਾਉਣ ਦੀ ਕੋਸ਼ਿਸ਼, ਤੇ ਉਹਦੇ ਲਈ ਸਾਨੂੰ ਸਾਮ ਕਾਮ ਦੰਡ ਭੇਦ ਜਿਹੜੇ ਅਸੀਂ ਤਰੀਕੇ ਯੂਜ਼ ਕਰਦੇ ਨੇ ਉਨ ਤਰੀਕਿਆਂ ਨੂੰ ਵਾਇਲੈਂਸ ਦੇ ਵਿੱਚ ਕੈਟੇਗਰਾਈਜ਼ ਕੀਤਾ ਜਾਂਦਾ ਹੈ। ਓਕੇ, ਸੋ ਆਪਾਂ ਜਿਹੜਾ ਤਰਦਾ ਜਿਹਾ ਜਾਣਦੇ ਹਾਂ ਜਾਂ ਆਮ ਸਾਡੀ ਸਮਝ ਆ, ਇਹ ਚੀਜ਼ ਉਸ ਤੋਂ ਕਿਤੇ ਜ਼ਿਆਦਾ ਡੂੰਘਾਈ ਦੇ ਵਿੱਚ ਆ। ਬਿਲਕੁਲ। ਸੋ ਤਰਦਾ ਜਿਹਾ ਤੇ ਸਾਨੂੰ ਪਤਾ ਵਾ, ਜਿੱਦਾਂ ਤੁਸੀਂ ਦੱਸਦਾ ਵੀ ਵਾਇਲੈਂਸ ਮਤਲਬ ਵੀ ਲੜਾਈ ਝਗੜਾ, ਮਾਰ ਕੁਟਾਈ, ਕਿਉਂਕਿ ਆਪਾਂ ਉਹਨੂੰ ਹੀ ਬਹੁਤੇ ਜਾਣੇ ਸਮਝਦੇ ਆ ਕਿ ਇਹੋ ਹੀ ਵਾਇਲੈਂਸ ਆ। ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਇਗਨੋਰਡ ਨੇ, ਜਿਨ੍ਹਾਂ ਨੂੰ ਕੋਈ ਇਹ ਮੰਨ ਕੇ ਨਹੀਂ ਰਾਜੀ ਜਾਂ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਆਪਾਂ ਵੀ ਆਹ ਚੀਜ਼ ਕਰ ਰਹੇ ਹਾਂ ਜਾਂ ਸਾਡੇ ਨਾਲ ਵੀ ਇਹ ਵਾਇਲੈਂਸ ਹੀ ਹੋ ਰਿਹਾ ਵਾ? ਜੀ ਦੇਖੋ, ਜਿਹੜੀ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਵਿੱਚ ਦੇਖੀ ਜਾਂਦੀ ਹੈ ਦੈਟ ਇਜ਼ ਵਰਬਲ ਤੇ ਇਮੋਸ਼ਨਲ ਜਿਹੜੀ ਵਾਇਲੈਂਸ ਹੈਗੀ। ਵਰਬਲ ਹੋਈ ਗਾਲੀ ਗਲੋਚ। ਨਾਓ ਅਸੀਂ ਉਹਦੇ ਤੋਂ ਬਾਅਦ ਚਾਹਾਂਗੇ ਕਿ ਕਿਉਂ ਹੋ ਰਹੀ ਹੈ, ਪਰ ਗਾਲਾਂ ਕੱਢਣੀਆਂ ਨੋਰਮਲ ਹੈਗਾ। ਅਸੀਂ ਬੇਬੇ ਨੂੰ ਦੇਖਿਆ ਪਾਪਾ ਜੀ ਕੋਲੋਂ ਗਾਲਾਂ ਖਾਂਦੇ, ਸੋ ਵੀ ਫੀਲ ਇਟਸ ਨੋਰਮਲ ਇਨ ਅ ਹਾਊਸ। ਪੁੱਤਰ ਵੀ ਅੱਗੋਂ ਹੀ ਕਰੇ ਜਾਂ ਕੁੜੀ ਵੀ ਅੱਗੋਂ ਹੀ ਕਰੇ ਬਿਕਾਜ਼ ਸ਼ੀ ਸੀਨ ਮਦਰ ਇਜ਼ ਸਕਰੀਮਿੰਗ ਐਟ ਦ ਫਾਦਰ, ਨੋਰਮਲ ਗੱਲ ਹੈਗੀ ਹੈ। ਸੋ ਵਰਬਲ ਵਾਇਲੈਂਸ, ਗਾਲੀ ਗਲੋਚ ਕਰਨਾ, ਗੰਦਾ ਬੋਲਣਾ, ਜ਼ੋਰ ਦੀ ਬੋਲਣਾ। ਕਈ ਵਾਰੀ ਤੁਸੀਂ ਬਿਨਾਂ ਗਾਲ ਕੱਢੇ ਵੀ ਕਿਸੇ ਨੂੰ ਡਰਾ ਸਕਦੇ ਹੋ। ਤੁਹਾਡੇ ਲਹਿਜ਼ਾ ਹੀ ਇੰਨਾ ਹੁੰਦਾ ਨਾ ਕਿ ਇੱਥੇ ਸਮਾਨ ਪਿਆ ਤੈਨੂੰ ਦਿਖ ਨਹੀਂ ਰਿਹਾ, ਸੋ ਤੁਸੀਂ ਗਾਲ ਨਹੀਂ ਕੱਢੀ ਪਰ ਤੁਸੀਂ ਚੀਖ ਕੇ ਉਹਨੂੰ ਬੋਲਿਆ, ਉਹਦਾ ਦਿਲ ਸਹਿਮ ਗਿਆ। ਦੈਟ ਇਜ਼ ਵਰਬਲ ਵਾਇਲੈਂਸ। ਓਕੇ, ਰਾਈਟ। ਉਹਦੇ ਵਿੱਚ ਵੀ ਬੜੀ ਕੈਟੇਗਰੀਜ਼ ਹੈ। ਇੱਕ ਹੁੰਦਾ ਕਿ ਇੱਕ ਬੰਦੇ ਦਾ ਲਹਿਜ਼ਾ ਹੀ ਹੈ, ਯੂ ਨੋ ਇਟ ਇਜ਼ ਲਾਈਕ ਦੈਟ, ਹੀ ਡਜ਼ਨਟ ਮੀਨਸ ਐਨੀਥਿੰਗ ਹਾਰਮ, ਪਰ ਜੇ ਸਾਹਮਣੇ ਵਾਲਾ ਡਰ ਰਿਹਾ ਹੈ, ਸਾਹਮਣੇ ਵਾਲੇ ਦੀ ਦਿਨਚਰਿਆ ਦਾ ਕੰਮ ਕਰ ਰਿਹਾ ਹੈ, ਉਹਨੂੰ ਇਫੈਕਟ ਹੋ ਰਿਹਾ ਹੈ, ਰਾਤ ਨੂੰ ਸੌਂਦੇ ਉਹ ਤੁਹਾਡੀ ਮਤਲਬ ਯੂ ਨੋ ਲਹਿਜ਼ੇ ਬਾਰੇ ਸੋਚ ਰਿਹਾ ਹੈ, then that is violence. ਪਰ ਇਹਦੇ ਵਿੱਚ ਜੇ ਕੋਈ ਕਹਿ ਦੇ ਵੀ ਮੇਰਾ ਤੇ ਸੁਭਾਅ ਹੀ ਇਦਾਂ ਦਾ ਵਾ, ਮੇਰਾ ਦਿਲੋਂ ਨਹੀਂ ਮੈਂ ਇਦਾਂ ਕਹਿੰਦਾ, ਬਿਲਕੁਲ, ਪਰ ਜੇ ਮਤਲਬ ਉਹ ਨਹੀਂ ਸੀ। ਅਗਰੀਡ, ਪਰ ਜੇ ਸਾਹਮਣੇ ਵਾਲਾ ਦਾ ਸੁਭਾਅ ਉਹਨੂੰ ਬੇਅਰ ਕਰਨ ਦਾ ਨਹੀਂ ਹੈ ਤੇ ਤੁਸੀਂ ਨਹੀਂ ਕਰੋ। ਸੋ ਬੇਸਿਕਲੀ ਇੱਕ ਅੰਡਰਸਟੈਂਡਿੰਗ 100%। ਮੈਰਿਜ ਇਜ਼ ਆਲ ਅਬਾਊਟ ਅੰਡਰਸਟੈਂਡਿੰਗ। ਇਟਸ ਲਾਈਕ ਪਾਰਟਨਰਸ਼ਿਪ, ਸਮਝਣਾ ਇੱਕ ਦੂਸਰੇ ਨੂੰ, ਉਹਦਾ ਕੀ ਸੁਭਾਅ ਹੈ, ਉਹਨੂੰ ਕੀ ਪਸੰਦ ਹੈ, ਕੀ ਨਹੀਂ ਪਸੰਦ ਹੈ। ਇਹ ਇੱਕ ਅੰਗ ਹੋ ਗਿਆ, ਇਹ ਹੋ ਗਿਆ ਵਰਬਲ ਵਾਇਲੈਂਸ। ਇਮੋਸ਼ਨਲ, ਖਾ ਕੇ ਫਟੀ ਜਾ ਰਹੀ ਹੈ, ਲੌਂਠਾ ਜਿਹਾ ਹੋ ਗਿਆ, ਕੋਈ ਕੰਮ ਨਹੀਂ ਕਰ ਸਕਦਾ, ਯੂ ਨੋ ਹਿਊਮਿਲੇਟਿੰਗ ਥਰੂ ਇਮੋਸ਼ਨਲ ਅਟੈਂਸ਼ਨ। ਫਰੈਂਡਸ ਆਏ ਨੇ, ਭਾਵੇਂ ਵਾਈਫ ਕਰੇ ਭਾਵੇਂ ਹਸਬੈਂਡ। ਵੀ ਆਰ ਟਾਕਿੰਗ ਟੂਡੇ ਅਬਾਊਟ ਡੋਮੈਸਟਿਕ ਵਾਇਲੈਂਸ, ਨਾਟ ਹੂ ਡਜ਼ ਇਟ। ਮੈਨ ਵੀ ਕਰਦਾ ਤੇ ਵੂਮਨ ਵੀ ਕਰਦੀ ਹੈ, ਪਰ ਜਿਹੜਾ ਪਾਰਟਨਰ ਸਾਹਮਣੇ ਵਾਲੇ ਨੂੰ ਹਿਊਮਿਲੇਟ ਕਰ ਰਿਹਾ ਹੈ, we're talking about that. These are different kinds of violence. So for example, ਮੇਰੀ ਫਰੈਂਡਸ ਆਈਆਂ, ਕੁੜੀਆਂ ਐਕਸਕਿਊਜ਼ ਮੀ, ਤੇ ਮੈਂ ਉਹਨਾਂ ਨੂੰ ਕਹਾ ਇਹਨੂੰ ਵੂਲਵਰਥ ਸਮਾਨ ਲੈਣ ਭੇਜਿਆ ਸੀ, ਸਾਰੀ ਗਲਤ ਚੱਕ ਲਿਆ ਹੈ। ਇਟਸ ਨਾਟ ਫਨੀ, ਯੂ ਨੋ। ਮੈਂ ਸੋਚ ਰਹੀ ਹਾਂ ਕਿ ਮੈਂ ਮੈਂ ਆਪਣੇ ਹਸਬੈਂਡ ਨੂੰ ਇੰਬੈਰਸ ਕਰਨ ਲਈ ਵੀ ਨਹੀਂ ਕੀਤਾ, ਮੈਂ ਕੂਲ ਬਣਨ ਲਈ ਕੀਤਾ ਕਿ ਦੇਖ ਘਰ ਦੇ ਵਿੱਚ ਮੇਰਾ ਕੰਟਰੋਲ ਹੈ, ਬਟ ਆਈਵ ਇਮੋਸ਼ਨਲੀ ਵਾਇਲੇਟਿਡ ਆਪਣੇ ਹਸਬੈਂਡ ਦੀ ਸੈਨਿਟੀ ਨੂੰ। ਹਸਬੈਂਡ ਬੈਠਿਆ ਦੋਸਤਾਂ ਦੇ ਵਿੱਚ, ਪਕੌੜੇ ਤਲ ਕੇ ਲਿਆਈਏ ਸੜੇ ਜਿਹੇ, ਇਹਨੂੰ ਤਾਂ ਕੰਮ ਵੀ ਨਹੀਂ ਕਰਨਾ ਆਉਂਦਾ, ਪਤਾ ਨਹੀਂ ਮਾਂ ਨੇ ਕੀ ਸਿਖਾਇਆ। ਦੈਟ ਇਜ਼ ਇਮੋਸ਼ਨਲ ਵਾਇਲੈਂਸ। ਬੱਚਿਆਂ ਨੂੰ ਸਾਰਾ ਦਿਨ ਤੇਰੀ ਮਾਂ ਕਰਦੀ ਕੀ ਹੈ, ਘਰ ਦੇ ਵਿੱਚ ਬੈਠੀ ਹੋਈ, ਮੈਂ ਬਾਹਰ ਜਾਣਾ ਕੰਮ ਕਰਕੇ ਆਉਣਾ। ਯੂ ਆਰ ਹਿਊਮਿਲੇਟਿੰਗ ਸਮਵਨ, ਬਿਨਾਂ ਗਾਲ ਕੱਢੇ, ਬਿਨਾਂ ਜ਼ੋਰ ਦੀ ਬੋਲੇ। ਮੈਂ ਬੜੀ ਹੱਸ ਕੇ ਆਪਣੇ ਦੋਸਤਾਂ ਦੇ ਵਿੱਚ ਹਸਬੈਂਡ ਨੂੰ ਡਿਸਕਸ ਕਰ ਰਹੀ ਹਾਂ, ਗਲਤ ਹੈ। ਹਸਬੈਂਡ ਆਪਣੇ ਦੋਸਤਾਂ ਦੇ ਵਿੱਚ ਹੱਸ ਕੇ ਗੱਲ ਕਰ ਰਿਹਾ ਹੈ, ਆਪਣੀ ਵਾਈਫ ਨੂੰ ਹਿਊਮਿਲੇਟ ਕਰ ਰਿਹਾ, ਗਲਤ ਹੈ। ਇਹ ਤਾਂ ਨਲਾਇਕ ਹੈ। ਸ਼ਰਮਾ ਜੀ ਦਾ ਮੁੰਡਾ ਦੇਖੋ ਕਿੰਨਾ ਚੰਗਾ ਹੈ, ਸਾਡੇ ਵਾਲੇ ਕੋਲ ਤਾਂ ਕੁਝ ਵੀ ਨਹੀਂ ਹੁੰਦਾ, ਪਾਸ ਵੀ ਬੜਾ ਔਖਾ ਹੋਣਾ। ਕੰਪੈਰੀਜ਼ਨ ਦੈਟ ਇਜ਼ ਡੋਮੈਸਟਿਕ ਵਾਇਲੈਂਸ ਔਨ ਦ ਚਾਈਲਡ। ਨਾ ਕਰੋ। ਅਸੀਂ ਸਾਰੇ ਇਹ ਸੁਣ ਕੇ ਵੱਡੇ ਹੋਏ ਹਾਂ,
ਪਰ ਸਾਡੀ ਤਸਵੀਰ ਡਿਫਰੈਂਟ ਸੀ, ਸਾਡੀ ਜਨਰੇਸ਼ਨ ਡਿਫਰੈਂਟ ਸੀ, ਸੋਸ਼ਲ ਮੀਡੀਆ ਡਿਫਰੈਂਟ ਸੀ, ਅਸੀਂ ਇੱਕ ਨਈ ਕੰਟਰੀ ਦੇ ਵਿੱਚ ਆਏ ਨਹੀਂ ਸੀ। ਜੀ There are many factors that we are talking about. Even India ਦੇ ਵਿੱਚ ਵੀ ਅੱਜ ਕੱਲ੍ਹ ਇਮੋਸ਼ਨਲ ਇੰਟੈਲੀਜੈਂਸ ਨੂੰ ਲੈ ਕੇ ਕਲਾਸਾਂ ਲੱਗਦੀਆਂ ਨੇ। People are getting more educated about ਸਾਹਮਣੇ ਵਾਲੇ ਦੀ ਇਮੋਸ਼ਨਸ ਨੂੰ ਲੈ ਕੇ। ਇਹ ਡਿਫਰੈਂਟ ਡਿਬੇਟ ਹੈ ਕਿ ਅਸੀਂ ਸੌਫਟੀ ਬੰਦੇ ਜਾ ਰਹੇ ਹਾਂ, ਕੋਈ ਚੀਜ਼ ਸਮਝ ਨਹੀਂ ਪਾ ਰਿਹਾ, ਐਂਡ ਅਗਰੀਡ ਵਿਦ ਸਮ ਆਫ ਇਟ, ਬਟ ਇਨ ਲਾਰਜਰ ਜੈਨੂਇਨ ਕੇਸਿਸ ਆਫ ਡੋਮੈਸਟਿਕ ਵਾਇਲੈਂਸ ਇਹ ਸਟਾਰਟ ਇੱਥੇ ਤੋਂ ਹੁੰਦਾ ਹੈ, ਇਹ ਖਤਮ ਬਹੁਤ ਗਲਤ ਜਗ੍ਹਾ ਹੁੰਦਾ ਹੈ, ਹੌਲੀ ਹੌਲੀ ਵੱਧਦਾ ਜਾਂਦਾ। ਹੌਲੀ ਹੌਲੀ ਵੱਧਦਾ ਜਾਂਦਾ। ਸੋ ਇੱਕ ਚੀਜ਼ ਹੋਰ ਜਿਹੜੀ ਆਪਾਂ ਇੱਥੇ ਕਲੀਅਰ ਕਰਦੇ ਜਾਈਏ ਕਿ ਬਹੁਤੀ ਵਾਰ ਬੜਿਆਂ ਦੀ ਅੰਡਰਸਟੈਂਡਿੰਗ ਇਹੋ ਰਹਿ ਜਾਂਦੀ ਹੈ ਕਿ ਡੋਮੈਸਟਿਕ ਵਾਇਲੈਂਸ ਦਾ ਮਤਲਬ ਕਿ ਹਸਬੈਂਡ ਵਾਈਫ ਉਹਨਾਂ ਦੇ ਦਰਮਿਆਨ ਹੀ ਜੋ ਕੁਝ ਹੋ ਰਿਹਾ, ਪਰ ਜਿੱਦਾਂ ਤੁਸੀਂ ਸ਼ੁਰੂ 'ਚ ਦੱਸਿਆ ਡੋਮੈਸਟਿਕ ਮਤਲਬ ਇੱਕ ਘਰ ਦੇ ਅੰਦਰ ਜੋ ਕੁਝ ਵੀ ਹੋ ਰਿਹਾ, ਉਸ ਘਰ ਦੇ ਵਿੱਚ ਜਿੰਨੇ ਵੀ ਜੀਅ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਉਹ ਸਾਰਿਆਂ ਦੇ ਨਾਲ ਹੀ ਜੇਕਰ ਇੱਦਾਂ ਦਾ ਰਲਦਾ ਮਿਲਦਾ ਕੁਝ ਹੋ ਰਿਹਾ ਤੇ ਸਾਰਾ ਫਿਰ ਉਸੇ ਕੈਟੇਗਰੀ 'ਚ। ਬਿਲਕੁਲ, ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿੰਦੇ ਨੇ, ਤੁਹਾਡੀ ਵਾਈਫ ਉਹਨਾਂ ਨੂੰ ਹਿਊਮਿਲੇਟ ਕਰ ਰਹੀ ਹੈ, ਉਹ ਡੋਮੈਸਟਿਕ ਵਾਇਲੈਂਸ ਹੈ। ਤੁਸੀਂ ਉਹਨਾਂ ਨੂੰ ਹਿਊਮਿਲੇਟ ਕਰ ਰਹੇ ਹੋ, ਉਹ ਡੋਮੈਸਟਿਕ ਵਾਇਲੈਂਸ ਹੈ। ਉਹਨਾਂ ਕੋਲੋਂ ਕੰਮ ਨਹੀਂ ਹੋ ਰਿਹਾ, ਸਰੀਰ ਨਹੀਂ ਜਵਾਬ ਦੇ ਰਿਹਾ, ਦੇਰ ਮੈਨੀ ਪ੍ਰੋਬਲਮਸ ਜਿਹੜੇ ਬੁੱਢੇ ਵਰਗਾਂ ਵਿੱਚ ਹੁੰਦੀ ਹੈ। ਜੀ ਬਾਵਲ ਕੰਟਰੋਲ ਨਹੀਂ ਹੋ ਰਿਹਾ, ਜੀ ਦਿਖ ਨਹੀਂ ਰਿਹਾ ਠੀਕ ਤਰ੍ਹਾਂ, ਚੀਜ਼ਾਂ ਟੁੱਟ, ਐਨੀਥਿੰਗ। ਤੇ ਜੇ ਤੁਸੀਂ ਉਹਨਾਂ ਤੇ ਚਿল্ਲਾ ਰਹੇ ਹੋ, ਹੱਥ ਚੱਕ ਰਹੇ ਹੋ, ਗਾਲਾਂ ਕੱਢ ਰਹੇ ਹੋ ਜਾਂ ਉਹਨਾਂ ਨੂੰ ਹਿਊਮਿਲੇਟ ਕਰ ਰਹੇ ਹੋ, ਉਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ ਹੈ। ਅੱਛਾ, ਕੀ ਇਹ ਸੱਚ ਹੈ ਕਿ ਆਪਣੇ ਬਹੁਤੇ ਲੋਕਾਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਹੈ ਕਿ ਇਹ ਡੋਮੈਸਟਿਕ ਵਾਇਲੈਂਸ ਹੈ? ਬਿਲਕੁਲ, ਉਹਨਾਂ ਨੂੰ ਲੱਗਦਾ ਹੈ ਬਿਜ਼ਨਸ ਐਜ਼ ਯੂਜੂਅਲ ਹੈ, ਇਹ ਤਾਂ ਇੱਦਾਂ ਹੀ ਚੱਲਦਾ ਹੈ। ਇੰਡੀਆ ਤੋਂ ਅਸੀਂ ਦੇਖਿਆ ਸੀ, ਹੋ ਸਕਦਾ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਦੇਖਿਆ ਹੋਵੇ, ਹੋ ਸਕਦਾ ਆਪਣੇ ਪੜੋਸੀ ਨੂੰ ਦੇਖਿਆ ਹੋਵੇ, ਹੋ ਸਕਦਾ ਚਾਚੇ ਤਾਏ ਮਾਮੇ ਕਿਸੇ ਨੂੰ ਵੀ ਦੇਖਿਆ ਹੋਵੇ, ਤੇ ਉਹ ਇੱਕ ਮੈਮਰੀ ਦਿਮਾਗ ਦੇ ਵਿੱਚ ਰਹੇਗੀ। ਹੋ ਸਕਦਾ ਆਪਣੇ ਫਰੈਂਡ ਦੇ ਘਰ ਗਿਆ, ਉੱਥੇ ਉਹਦੀ ਮਦਰ ਨੂੰ ਇੱਦਾਂ ਟਰੀਟ ਹੁੰਦੇ ਦੇਖਿਆ ਜਾਂ ਫਾਦਰ ਨੂੰ ਟਰੀਟ ਹੁੰਦੇ ਦੇਖਿਆ, ਤੇ ਉਹਨੂੰ ਲੱਗਿਆ ਜਾਂ ਕੁੜੀ ਨੂੰ ਲੱਗਿਆ ਕਿ ਦਿਸ ਇਜ਼ ਕੰਟਰੋਲ, ਦਿਸ ਇਜ਼ ਹਾਊ ਯੂ ਬਿਕਮ ਪਾਵਰਫੁਲ, ਇੱਦਾਂ ਕਰਨਾ ਚਾਹੀਦਾ ਹੈ। ਕਈ ਵਾਰੀ ਕੁਛ ਵੀ ਨਹੀਂ ਹੁੰਦਾ, ਬੜੇ ਅੱਛੇ ਵੇ ਨਾਲ ਤੁਸੀਂ ਬੜੇ ਹੋ ਰਹੇ ਹੁੰਦੇ ਹੋ, ਪਰ ਦਿਮਾਗ ਦੇ ਵਿੱਚ ਨੁਕਸ ਹੁੰਦਾ ਕਿ ਮੈਂ ਤਾਂ ਕੰਟਰੋਲ ਕਰਨਾ ਹੈ, ਤੇ ਤੁਸੀਂ ਕਰਦੇ ਹੋ। ਫਰੀडम ਦੀ ਨਾ ਬੜੀ ਪਿਆਰੀ ਚੀਜ਼ ਹੈਗੀ ਹੈ ਕਿ ਮੇਰਾ ਜਿਹੜਾ ਦਿਲ ਕਰਦਾ ਹੈ, ਮੇਰੀ ਪਰਸਨੈਲਿਟੀ, ਮੇਰੀ ਫਰੀडम, ਇਟ ਐਂਡਸ ਵੇਅਰ ਮਾਈ ਨੋਜ਼ ਐਂਡਸ, ਉੱਥੇ ਖਤਮ ਹੈ। ਇਸ ਤੋਂ ਬਾਅਦ ਜੇ ਅੱਗੇ ਜਾ ਰਹੀ ਹੈ ਤੇ ਸਾਹਮਣੇ ਵਾਲੀ ਦੀ ਵੀ ਹੱਥ ਤੁਹਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ। ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਉਦਾਂ ਦੀ ਅਗਲੇ ਨੂੰ ਵੀ ਕਰਨੀ ਚਾਹੀਦੀ, ਤੁਹਾਨੂੰ ਦੇਣੀ ਪਊਗੀ। ਤੁਹਾਨੂੰ ਚੰਗਾ ਲੱਗੇਗਾ ਜੇ ਤੁਹਾਨੂੰ ਕੋਈ ਹਿਊਮਿਲੇਟ ਕਰੇ, ਬਹੁਤ ਚੰਗੀ ਗੱਲ ਕਹੀਏ। ਜਿੱਦਾਂ ਤੁਸੀਂ ਖੁਦ ਨੂੰ ਟਰੀਟ ਕਰਨਾ ਚਾਹੁੰਦੇ ਹੋ ਉਹਦਾ ਸਾਹਮਣੇ ਨੂੰ ਕਰੋ। ਨਾਓ ਦੇਰ ਇਜ਼ ਅ ਵੈਰੀ ਫਾਈਨ ਲਾਈਨ, ਬਿਕਾਜ਼ ਮੇਰੇ ਬੜੇ ਕਲੋਜ਼ ਮਿੱਤਰ ਨੇ, ਉਸ ਦਿਨ ਉਹ ਮੇਰੇ ਕੋਲ ਆਏ ਤੇ ਦੱਸ ਰਹੇ ਸੀਗੇ, ਤੇ ਗੱਲ ਹੋ ਰਹੀ ਸੀ ਕਿ ਗਾਲਾਂ ਕੱਢਣ ਦੀ ਨਾ, ਤਾਂ ਆਈ ਸੈਡ ਇਨ ਮਾਈ ਹਾਊਸ ਹੋਲਡ ਨੋਬਡੀ ਗਾਲਾਂ ਪਤਾ ਹੀ ਨਹੀਂ ਹੈ, ਬਿਕਾਜ਼ ਮੈਂ ਕਦੀ ਹਸਬੈਂਡ ਨੂੰ ਨਹੀਂ ਕਰਦੇ ਸੁਣੀ। ਉਹ ਹੱਸਣ ਲੱਗ ਪਏ, ਤੇ ਵਾਈਫ ਕਹਿੰਦੀ ਹੈ ਲੈ ਮੈਂ ਤਾਂ ਆਪਣੇ ਹਸਬੈਂਡ ਨੂੰ ਦਿਲ ਖੋਲ ਕੇ ਗਾਲਾਂ ਕੱਢਦੀ ਹਾਂ ਤੇ ਇਹ ਮੈਨੂੰ ਦਿਲ ਖੋਲ ਕੇ ਗਾਲਾਂ ਕੱਢਦੇ ਆ। ਅਸੀਂ ਜਦੋਂ ਲੜਦੇ ਹਾਂ 5 ਮਿੰਟ ਬਾਅਦ ਉਹ ਬਾਹਰ ਚਲਾ ਜਾਂਦਾ, ਮੈਂ ਬਾਹਰ ਚਲੀ ਜਾਂਦੀ, ਆ ਕੇ ਅਸੀਂ ਚਾਹ ਪੀ ਲੈਂਦੇ ਹਾਂ। ਗ੍ਰੇਟ, ਆਪਸ ਦੀ ਅੰਡਰਸਟੈਂਡਿੰਗ ਹੈ। ਐਜ਼ ਆ ਸੈਡ, ਅਗਰ ਉਹ ਕੁੜੀ ਨੂੰ ਨਹੀਂ ਲੱਗ ਰਿਹਾ ਵਾਇਲੈਂਸ, ਮੁੰਡੇ ਨੂੰ ਨਹੀਂ ਲੱਗ ਰਿਹਾ ਵਾਇਲੈਂਸ, ਤਾਂ ਤੁਹਾਡੇ ਘਰ ਦੇ ਵਿੱਚ ਉਹ ਚੀਜ਼ ਚੱਲ ਰਹੀ ਹੈ, ਨੋਬਡੀ ਇਜ਼ offended, ਗ੍ਰੇਟ, ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ। ਅੱਛਾ, ਜੇ ਕਿਸੇ ਨੂੰ ਨਹੀਂ ਲੱਗ ਰਿਹਾ ਤਾਂ ਫਿਰ ਠੀਕ ਹੈ ਸਭ ਕੁਝ। ਐਜ਼ ਆ ਸੈਡ, ਇਟ ਇਜ਼ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਉਹਦਾ ਦਿਲ ਬੈਠ ਰਿਹਾ ਹੈ, ਉਹਦੇ ਕੋਲੋਂ ਕੰਮ ਨਹੀਂ ਹੋ ਰਿਹਾ, ਉਹਨੂੰ ਗਲਤ ਲੱਗ ਰਿਹਾ। ਇਟਸ ਲਾਈਕ ਟੂ ਫਰੈਂਡਸ। ਤੁਹਾਡਾ ਇੱਦਾਂ ਦੇ ਮਿੱਤਰ ਹੋਣਗੇ ਜਿਨ੍ਹਾਂ ਨੂੰ ਗਾਲ ਕੱਢ ਕੇ ਗੱਲ ਕਰੋਗੇ ਤੇ ਉਹ ਮੁੱਸ ਕੇ ਬਹਿ ਜਾਣਗੇ ਕਿ ਵੀ ਆਈ ਡੋਂਟ ਲਾਈਕ ਇਟ। ਇੱਦਾਂ ਦੀ ਵੀ ਹੋਣਗੇ ਜਿਹੜੇ ਗਾਲ ਕੱਢ ਕੇ ਗੱਲ ਕਰਨਗੇ, ਤੁਸੀਂ ਵੀ ਗਾਲ ਕੱਢੋਗੇ, ਤੁਸੀਂ ਮਿੱਤਰ ਹੋ। ਐਵਰੀ ਪਰਸਨ ਇਜ਼ ਡਿਫਰੈਂਟ, ਯੂ ਕਾਂਟ ਬਿਹੇਵ ਸੇਮ ਵਿਦ ਐਵਰੀਵਨ, ਚਾਹੇ ਉਹ ਤੁਹਾਡੀ ਵਾਈਫ ਹੈ, ਪੇਰੈਂਟਸ ਹੈ, ਬੱਚੇ ਹੈ, ਐਵਰੀਵਨ ਇਜ਼ ਡਿਫਰੈਂਟ। ਕਿਤੇ ਕਿਤੇ ਬੱਚੇ ਇੰਨੇ ਸੈਂਸਿਟਿਵ ਹੁੰਦੇ ਨੇ ਕਿ ਜੋ ਗਾਲ ਗੂਲ ਮਾਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਤੁਸੀਂ ਜ਼ੋਰ ਦੀ ਆਵਾਜ਼ ਵੀ ਮਾਰੀ ਨਾ, ਦ ਬॉय ਇਜ਼ ਗੋਨਾ ਵੈਟ ਦ ਬੈਡ ਔਰ ਦ ਗਰਲ ਇਜ਼ ਗੋਨਾ ਵੈਟ ਦ ਬੈਡ। ਇੰਨਾ ਡਰ ਹੈ ਮਨ ਦੇ ਵਿੱਚ। ਹੋ ਸਕਦਾ ਸਕੂਲ ਦੇ ਵੀ ਕੋਈ ਇਨਸੀਡੈਂਟ ਹੋਇਆ ਹੋਵੇ। ਯੂ ਨੀਡ ਟੂ, ਜੇ ਤੁਸੀਂ ਉਹ ਚੀਜ਼ ਸਮਝੋਗੇ ਨਹੀਂ ਤੇ ਉਹ ਵੱਧਦੀ ਜਾਏਗੀ। it will start taking shape of domestic violence by emotional abuse। ਇਹ ਤੁਸੀਂ ਬੜੀ ਵਧੀਆ ਇੱਕ ਵਿੱਚ ਹਿੰਟ ਦਿੱਤਾ ਕਿ ਆਪਾਂ ਹਰ ਇੱਕ ਬੰਦੇ ਦੇ ਨਾਲ ਆਪਾਂ ਮੰਨ ਲਓ ਸਾਡੇ 5 ਮਿੱਤਰ ਨੇ ਤੇ ਆਪਾਂ 5 ਦੇ ਨਾਲ ਵੱਖ-ਵੱਖ ਤਰੀਕੇ ਨਾਲ ਟਰੀਟ ਕਰਦੇ ਹਾਂ, ਹੈ ਨਾ। ਆਪਾਂ ਸਾਡੇ ਨਾਲ ਜਿੰਨੇ ਵੀ ਲੋਕ ਆਸ-ਪਾਸ ਵਿਚਰਦੇ ਨੇ, ਆਪਾਂ ਹਰ ਇੱਕ ਦੇ ਨਾਲ ਇੱਕੋ ਜਿਹਾ ਨਹੀਂ ਸਲੂਕ ਕਰਦੇ ਜਾਂ ਇੱਕੋ ਜਿਹਾ ਨਹੀਂ ਬੋਲਦੇ। ਉਸੇ ਤਰੀਕੇ ਦੇ ਨਾਲ ਹਸਬੈਂਡ ਵਾਈਫ ਨੂੰ ਵੀ ਆਪਸ ਵਿੱਚ ਇੰਨੀ ਕੁ ਅੰਡਰਸਟੈਂਡਿੰਗ ਬਣਾਉਣੀ ਪਊਗੀ ਵੀ ਇਹਨੂੰ ਕਿੰਨਾ ਕੁ ਕਿਹੜੀ ਹੱਦ ਤੱਕ ਪਸੰਦ ਆ, ਕਿੰਨਾ ਕੁ ਨਹੀਂ। ਇਵਨ ਉਹਦੇ ਵਿੱਚ ਬ੍ਰਦਰ ਸਿਸਟਰਸ ਵੀ ਆਉਂਦੇ ਨੇ। ਇੱਕ ਮਦਰ ਫਾਦਰ ਦੇ 5 ਬੱਚੇ, 2 ਦਾ ਸੁਭਾਅ ਹੈ ਕਿ ਕੁੱਟ ਲਓ, ਗਾਲਾਂ ਕੱਢ ਲਓ, ਮੈਂ ਨੱਚ ਰਿਹਾ। ਤੀਜੇ ਦਾ ਸੁਭਾਅ ਹੈ ਕਿ ਮੈਨੂੰ ਕੁਝ ਕਹੋ ਹੀ ਨਾ। ਚੌਥੇ 5ਵੇਂ ਦਾ ਸੁਭਾਅ ਹੈ ਕਿ ਦੱਸਣਾ ਹੀ ਨਹੀਂ। ਮਤਲਬ
ਇੱਕ ਪੇਰੈਂਟ ਦੇ 5 ਬੱਚੇ ਬਟ ਡੀਲਿੰਗ ਪੰਜਾਂ ਦੀ ਡਿਫਰੈਂਟ ਹੈ ਪੰਜਾਂ ਦੀ ਡੈਫੀਨੇਸ਼ਨ ਆਫ ਡੋਮੈਸਟਿਕ ਵਾਇਲੈਂਸ ਇਜ਼ ਆਲਸੋ ਡਿਫਰੈਂਟ ਸੈਂਟਰ ਵਾਲਾ ਹੈ ਜਿਹਨੂੰ ਕਮ ਮਾਰਕਸ ਆਉਣ ਤੇ ਗਾਲਾਂ ਕੱਢੀਆਂ ਗਈਆਂ ਉਹਨੂੰ ਫੀਲ ਹੋ ਗਿਆ ਮੇਰੇ ਨਾਲ ਵਾਇਲੈਂਸ ਹੋਈ ਹੈ ਹੁਣ ਪੇਰੈਂਟਸ ਵਿਚਾਰੇ ਕੀ ਕਰਨ ਉਹ ਕਹਿੰਦੇ 2 ਤਾਂ ਕੁੱਟ ਖਾ ਰਹੇ ਨੇ ਇਹਨੂੰ ਕੀ ਹੋ ਗਿਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਅੱਜ ਦਾ ਜਿਹੜਾ ਟਾਈਮ ਹੈ ਨਾ ਰਣਜੋਤ ਜੀ ਥੋੜ੍ਹਾ ਜਿਹਾ ਟਾਈਮ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਬਿਕਾਜ਼ ਉਹ 5 ਬੱਚੇ ਬਾਹਰ ਜਾ ਕੇ 5 ਡਿਫਰੈਂਟ ਫਰੈਂਡਸ ਕੋਲੋਂ ਐਜੂਕੇਸ਼ਨ ਲੈ ਕੇ ਆ ਰਹੇ ਨੇ 5 ਡਿਫਰੈਂਟ ਕਲਾਸ ਟੀਚਰਸ ਕੋਲੋਂ ਐਜੂਕੇਸ਼ਨ ਲੈ ਕੇ ਆ ਰਹੇ ਨੇ 5 ਡਿਫਰੈਂਟ ਕਲਾਸਰੂਮ ਦੇ ਬੱਚਿਆਂ ਦੇ ਫੈਮਿਲੀ ਬੈਕਗ੍ਰਾਉਂਡ ਕੋਲੋਂ ਐਜੂਕੇਸ਼ਨ ਲੈ ਕੇ ਆ ਰਹੇ ਨੇ ਜੀ ਤੇ ਤੁਹਾਨੂੰ ਉਹਨਾਂ ਨੂੰ ਇੰਡੀਵਿਜੂਅਲੀ ਹੀ ਟਰੀਟ ਕਰਨਾ ਪਏਗਾ ਕਿਉਂਕਿ ਆਪਾਂ ਹਰ ਇੱਕ ਦੇ ਨਾਲ ਵਿਚਰਦੇ ਹਾਂ ਤੇ ਉੱਥੇ ਸਾਨੂੰ ਹਰ ਇੱਕ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ ਅੱਛਾ ਇਹਦੇ ਵਿੱਚ ਕੁਝ ਇੱਦਾਂ ਦੀਆਂ ਮਿਸਅੰਡਰਸਟੈਂਡਿੰਗਸ ਵੀ ਨੇ ਕਿ ਕਈ ਮੰਨਦੇ ਹੋਣ ਜਾਂ ਕਹਿੰਦੇ ਹੋਣ ਕਿ ਸਾਡੇ ਨਾਲ ਇਹ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਪਰ ਉਹ ਨਾ ਹੋਵੇ ਦੈਟਸ ਅ ਵੈਰੀ ਸੈਂਸਿਟਿਵ ਟੌਪਿਕ ਰਣਜੋਤ ਜੀ ਇਹ ਬਹੁਤ ਹੁੰਦਾ ਹੈ ਜਿੱਥੇ ਕਿਉਂਕਿ ਲੋਕ ਬਹੁਤ ਸੈਂਸਿਟਿਵ ਹੋ ਚੁੱਕੇ ਅੱਜ ਕੱਲ੍ਹ ਨਿੱਕੀ ਗੱਲ ਹੋ ਚੁੱਕੇ ਨੇ ਹੁਣ ਅਸੀਂ ਗੱਲ ਕੀਤੀ ਡੋਮੈਸਟਿਕ ਵਾਇਲੈਂਸ ਦੀ ਕਰੈਕਟ ਅਸੀਂ ਕਿਹਾ ਉਹ ਹੁੰਦਾ ਕੰਟਰੋਲ ਲੈਣਾ ਹੁਣ ਕੱਲ੍ਹ ਨੂੰ ਮੈਂ ਕੰਟਰੋਲ ਲੈਣਾ ਹੈ ਮੇਰੇ ਹਸਬੈਂਡ ਆ ਕੇ ਹਲਕਾ ਜਿਹਾ ਬੋਲੇਗੀ ਦੀਪਿਕਾ ਇਹ ਚਾਹ ਫੜਾ ਦੇ ਉਹ ਵਿਚਾਰੇ ਇੱਕ ਹੱਥ 'ਚ ਪਾਨਾ ਸੀਗਾ ਦੂਜੇ ਹੱਥ 'ਚ ਪੇਂਟਿੰਗ ਸੀਗੀ ਜਿਹੜੀ ਦੀਵਾਰ 'ਤੇ ਲਗਾ ਰਹੇ ਸੀ ਹੁਣ ਬੰਦੇ ਦਾ ਦਿਮਾਗ ਕਿਤੇ ਤਾਂ ਉਹਨਾਂ ਨੇ ਮੈਨੂੰ ਜ਼ੋਰ ਦੀ ਆਵਾਜ਼ ਮਾਰਤੀ ਮੈਂ ਇਹਨੂੰ ਡੋਮੈਸਟਿਕ ਵਾਇਲੈਂਸ ਬਣਾਉਣਾ ਕਿਉਂਕਿ ਘਰ ਦੇ ਵਿੱਚ ਕੰਟਰੋਲ ਮੈਨੂੰ ਚਾਹੀਦਾ ਹੈ it is actually not my husband doing domestic violence on me it is me doing on him ਕਿਉਂਕਿ ਮੈਂ ਉਹਨੂੰ ਇਮੋਸ਼ਨਲੀ ਇੰਨਾ ਕਰਤਾ ਕਿ ਉਹ ਵਿਚਾਰਾ ਆਵਾਜ਼ ਵੀ ਨਾ ਕੱਢ ਸਕੇ ਸੋ ਬਾਹਰੋਂ ਅਸੀਂ ਕਹਿ ਰਹੇ ਹਾਂ ਕਿ ਇੰਨੇ ਜ਼ੋਰ ਦੀ ਚੀਖ ਮਾਰ ਕੇ ਬੁਲਾਇਆ ਇੰਨੇ ਕੀਤੀ ਆਈ ਐਮ ਯੂਜ਼ਿੰਗ ਦੈਟ ਟੂ ਮਾਈ ਬੈਨੀਫਿਟ ਟੂ ਸੇ ਕਿ ਮੈਂ ਇਹਨੂੰ ਹੁਣ ਕੰਟਰੋਲ ਕਰਨਾ ਹੈ ਇੱਕ ਵਾਰੀ ਇਹਨੂੰ ਦਬਕਾ ਦੇ ਦਾਂਗੀ ਡੋਮੈਸਟਿਕ ਵਾਇਲੈਂਸ ਦਾ ਅਗਲੀ ਵਾਰੀ ਮੈਨੂੰ ਜ਼ੋਰ ਦੀ ਨਹੀਂ ਬੋਲੇਗਾ ਯੂ ਹੈਵ ਟੂ ਅੰਡਰਸਟੈਂਡ ਐਂਡ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਰਣਜੋਤ ਜੀ ਇਹ ਬਹੁਤ ਜ਼ਰੂਰੀ ਹੈ ਗੱਲ ਕਰਨੀ ਬਿਕਾਜ਼ ਜਿਹੜੇ ਜੈਨੂਇਨ ਕੇਸਿਸ ਨੇ ਨਾ ਡੋਮੈਸਟਿਕ ਵਾਇਲੈਂਸ ਦੇ ਉਹਨਾਂ ਨੂੰ ਬਹੁਤ ਹੈਲਪ ਦੀ ਜ਼ਰੂਰਤ ਹੈ ਤੇ ਜਿਹੜੇ ਫੇਕ ਕੇਸਿਸ ਨੇ ਨਾ ਉਹ ਜ਼ੋਰ ਦੀ ਕਹਿੰਦੇ ਨਾ ਸਕਵੀਕੀ ਵੀਲ ਗੈਟਸ ਦ ਮੋਸਟ ਆਇਲ ਜਿਹੜਾ ਚਰ ਕਰਦਾ ਪਈਆ ਉਹਨੂੰ ਅਸੀਂ ਬਾਰ-ਬਾਰ ਤੇਲ ਦੇਈ ਜਾਂਦੇ ਹਾਂ ਇਹਨਾਂ ਦੇ ਕਰਕੇ ਜਿਹੜੇ ਜੈਨੂਇਨ ਡੋਮੈਸਟਿਕ ਜਿਹੜੇ ਜੈਨੂਇਨ ਹੁੰਦੇ ਨੇ ਨਾ ਉਹ ਮੋਸਟ ਆਫ ਦ ਟਾਈਮ ਬਾਹਰ ਨਹੀਂ ਆ ਸਕਦੇ ਰਣਜੋਤ ਚੁੱਪ ਕਰ ਜਾਂਦੇ ਨੇ ਫॉर ਮੈਨੀ ਰੀਜ਼ਨਸ ਬਟ ਜਿਹੜੇ ਜ਼ੋਰ ਦੀ ਹਾਹਾਕਾਰ ਮਚਾ ਕੇ ਕਰਦੇ ਨੇ ਨਾ ਉਹਨਾਂ ਕਰਕੇ ਹੈਲਪ ਜਿਹੜੀ ਹੈਗੀ ਹੈ ਉਹ ਹੈਲਪ ਲਿਮਿਟਿਡ ਹੈ ਫੰਡਿੰਗ ਗਵਰਨਮੈਂਟ ਦੀ ਲਿਮਿਟਿਡ ਹੈ ਪੁਲਿਸ ਰਿਸੋਰਸਿਸ ਲਿਮਿਟਿਡ ਨੇ ਸਰਵਿਸਿਜ਼ ਪ੍ਰੋਵਾਈਡ ਕਰਨ ਵਾਲੇ ਲਿਮਿਟਿਡ ਨੇ ਉਹ ਸਰਵਿਸਿਜ਼ ਦੀ ਹੈਲਪ ਲੈ ਜਾਂਦੇ ਨੇ ਇਹ ਵਿਚਾਰੇ ਜਿਹਨਾਂ ਨੂੰ ਜੈਨੂਇਨਲੀ ਹੈਲਪ ਚਾਹੀਦੀ ਹੈ ਸੋ ਦਿਸ ਇਜ਼ ਅ ਗੁੱਡ ਟੌਪਿਕ ਟੂ ਡਿਸਕਸ ਐਂਡ ਸੇ ਇਸ ਟੌਪਿਕ ਨੂੰ ਗਲਤ ਮਿਸਯੂਜ਼ ਨਾ ਕਰੋ ਪਰ ਉਹਨਾਂ ਨੂੰ ਤਾਂ ਲੱਗਦਾ ਹੈ ਨਾ ਉਹਨਾਂ ਨੂੰ ਕੌਣ ਸਮਝਾਵੇ ਉਹਨਾਂ ਦੇ ਮੁਤਾਬਿਕ ਤੇ ਉਹ ਪੀੜਤ ਨੇ ਉਹ ਹੈਂਡਫੁਲ ਨੇ ਰਣਜੋਤ ਜੀ ਜਿਹੜੇ ਪੀੜਤ ਸਮਝਦੇ ਉਹ ਪਰਸਨੈਲਿਟੀ ਬਣ ਜਾਂਦੀ ਹੈ ਮੈਂ ਵਿਚਾਰਾ ਉਹ ਫਿਰ ਇੱਕ ਪੁਆਇੰਟ ਤੋਂ ਬਾਅਦ ਤੁਹਾਨੂੰ ਸਮਝਾਉਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸੇ ਨੇ ਕੁਝ ਵੀ ਨਹੀਂ ਕੀਤਾ ਨਾਲੇ ਉਹ ਸਿਰਫ ਉਸ ਬੰਦੇ ਦੇ ਨਾਲ ਪੀੜਿਤ ਨਹੀਂ ਹੁੰਦੇ ਉਹ ਬਾਹਰ ਵੀ ਪੀੜਿਤ ਹੋਣਗੇ ਕਿ ਮੇਰੇ ਤਾਂ ਦਫ਼ਤਰ ਦੇ ਵਿੱਚ ਵੀ ਮੇਰੇ ਨਾਲ ਮਾੜਾ ਹੋ ਰਿਹਾ ਹੈ ਮੇਰੇ ਦੋਸਤਾਂ ਦੇ ਵਿੱਚ ਵੀ ਮੇਰਾ ਮਾੜਾ ਹੋ ਰਿਹਾ ਉਹ ਜਿਹੜਾ ਵਿਕਟਿਮ ਮੈਂਟੈਲਿਟੀ ਹੈਗੀ ਹੈ ਨਾ that is separate from domestic violence. We're talking about genuine cases where या husband या wife ਘਰ ਦੇ ਵਿੱਚ ਇੱਕ ਦੂਜੇ ਨੂੰ ਕੰਟਰੋਲ ਕਰ ਰਹੇ ਨੇ ਬੱਚਿਆਂ ਨੂੰ ਜਦੋਂ ਅਸੀਂ ਬੱਚਿਆਂ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਹਾਂ ਮੈਂ ਇਹ ਨਹੀਂ ਕਹਿ ਰਹੀ ਅਸੀਂ ਗਲਤ ਗੱਲ ਤੇ ਉਹਨਾਂ ਨੂੰ ਕੁਝ ਕਹੀਏ ਜਾਂ ਕੁਝ we're talking about ਇੱਥੇ ਕਿਡਸ ਨੇ ਜਿੱਥੇ ਉਹਨਾਂ ਦੀ ਜਾਨ ਚਲੀ ਗਈ ਮਾਰ ਖਾ ਕੇ young kids ਕੁਝ ਮਹੀਨਿਆਂ ਦੇ ਬੱਚੇ okay we're talking about like ਇੱਕ ਬੋਲਟੀ ਵੈਸਟਗੇਟ ਬ੍ਰਿਜ ਦੇ ਉੱਤੇ ਕੇਸ ਹੋਇਆ ਸੀ ਅੱਜ ਤੱਕ 20 ਸਾਲ ਹੋ ਗਏ ਸ਼ਾਇਦ ਉਸ ਕੇਸ ਨੂੰ ਉਸ ਹਸਬੈਂਡ ਤੇ ਵਾਈਫ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਇਟ ਡਿਸਟ੍ਰੈਸਿੰਗ ਹੈ ਸ਼ਰੋਤਿਆਂ ਲਈ ਜੇ ਉਹ ਸੁਣਨ ਤੋਂ ਪਹਿਲਾਂ ਅਸੀਂ ਦੱਸ ਰਹੇ ਹਾਂ ਵਾਟ ਵੀ ਆਰ ਅਬਾਊਟ ਟੂ ਡਿਸਕਸ ਇਜ਼ ਅ ਲਿਟਲ ਡਿਸਟ੍ਰੈਸਿੰਗ ਉਹ ਕੁੜੀ ਤੇ ਮੁੰਡਾ ਗੱਡੀ ਦੇ ਵਿੱਚ ਸੀਗੇ ਚਾਈਲਡ ਕੇਅਰ ਕੋਲੋਂ ਪਿਕ ਕਰਕੇ ਲਿਆ ਮਾਂ ਕੋਲੋਂ ਛੱਡਣ ਜਾਣਾ ਸੀ ਬੱਚਾ ਰੋ ਰਿਹਾ ਸੀ ਗੱਡੀ ਦੇ ਵਿੱਚ ਉਹਨੇ ਵੈਸਟਗੇਟ ਦੇ ਉੱਤੇ ਗੱਡੀ ਰੋਕੀ ਕੁੜੀ ਨੂੰ ਚਾਈਲਡ ਸੀਟ ਤੋਂ ਕੱਢਿਆ ਤੇ ਥੱਲੇ ਸੁੱਟਤਾ ਉਸ ਤੋਂ ਬਾਅਦ ਵੈਸਟਗੇਟ ਦੇ ਉੱਤੇ ਉਹ ਜਾਲੀਆਂ ਲੱਗੀਆਂ ਸੀ ਬਟ ਦਿਸ ਇਜ਼ ਐਕਚੁਅਲ ਡੋਮੈਸਟਿਕ ਵਾਇਲੈਂਸ ਵੀ ਆਰ ਟਾਕਿੰਗ ਅਬਾਊਟ ਰੀਅਲ ਮੌਨਸਟਰ ਅਸੀਂ ਇਹ ਨਹੀਂ ਗੱਲ ਕਰ ਰਹੇ ਕਿ ਬੱਚੇ ਨੂੰ ਅਸੀਂ 2 ਥੱਪੜ ਲਗਾਤੇ ਬਿਕਾਜ਼ ਉਹਨੇ ਕੋਈ ਇੰਨਾ ਡਰੈਸਟਿਕ ਕੱਟ ਮਾਰਨਾ ਇਜ਼ ਨਾਟ ਅ ਹੱਲ ਰਣਜੋਤ ਜੀ ਬਟ ਆਈ ਅੰਡਰਸਟੈਂਡ ਸਮਟਾਈਮਸ ਐਜ਼ ਪੇਰੈਂਟਸ ਐਜ਼ ਪ੍ਰੋਟੈਕਟਿਵ ਯੂ ਡੂ ਥਿੰਗਸ
ਪਰ ਅਦਰਵਾਈਜ਼ ਤੁਸੀਂ ਆਪਣੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹੋ, ਉਹ ਹੈਪੀ ਚਾਈਲਡ ਹੈ। that is not domestic violence is what we are saying till the time it is ਉਹ ਬੱਚਿਆਂ ਨਾਲ ਚਾਈਲਡ ਕੇਅਰ ਸਰਵਿਸਿਜ਼ ਨੂੰ ਫੋਨ ਕਰਕੇ ਕਹਦੇ ਕਿ ਮੰਮੀ ਨੇ ਕੁੱਟਤਾ, then you can't defend yourself because you've raised your hand at the child। ਉਹ ਇਹਦੇ 'ਚ ਸਾਰੀ ਦੀ ਸਾਰੀ ਜਿਹੜੀ ਬੈਕਗਰਾਊਂਡ ਹੈ ਉਹ ਵੀ ਮੈਟਰ ਕਰੂਗੀ ਨਾ, ਕਿ ਪਿੱਛੇ ਕੀ ਚੱਲਦਾ ਆ ਰਿਹਾ। ਹੋ ਸਕਦਾ ਕਿ ਬਹੁਤ ਵਧੀਆ ਰਿਲੇਸ਼ਨ ਓਕੇ ਸਾਰਾ ਕੁਝ ਚੱਲ ਰਿਹਾ ਹੋਵੇ, ਇੱਕ ਦਿਨ ਕਿਸੇ ਦੇ ਸਾਹਮਣੇ ਕਿਸੇ ਨੇ ਝਿੜਕਤਾ ਹੋਵੇ ਤੇ ਉਹ ਅਗਲਾ ਕਵੇ ਵੀ ਇਹ ਡੋਮੈਸਟਿਕ ਵਾਇਲੈਂਸ ਹੈ, ਜਦ ਕਿ ਇਹ ਤੇ ਇੱਕ ਚੇਨ ਆ ਨਾ, ਪਿੱਛੇ ਛੋਟੇ ਜੇ ਉੱਦਾਂ ਦੇ ਚੀਜ਼ਾਂ ਮੌਜੂਦ ਨੇ, ਤੇ ਫਿਰ ਬਾਹਰ ਜਾ ਕੇ ਜਿੰਨਾ ਮਰਜ਼ੀ ਪਿਆਰ ਨਾਲ ਪੇਸ਼ ਆ ਲਓ। ਬਿਲਕੁਲ। ਤੇ ਇੱਥੇ ਐਜ਼ ਪੇਰੈਂਟਸ, ਮੈਂ ਸਰੋਤਿਆਂ ਲਈ ਦੱਸ ਰਹੀ ਹਾਂ, ਐਜ਼ ਪੇਰੈਂਟਸ ਵੀ ਆਲ ਨੂੰ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਹੈ, ਚਾਈਲਡ ਕੇਅਰ ਦੇ ਵਿੱਚ ਸਿਖਾਇਆ ਜਾਂਦਾ ਕਿ ਇਫ ਐਨੀਬਡੀ ਹਿਟਸ you have to call us, you have to call 000 ਚਾਈਲਡ ਕੇਅਰ ਸਰਵਿਸਿਜ਼। ਮੈਨੂੰ ਯਾਦ ਹੈ ਛੋਟਾ ਜਿਹਾ ਮੇਰਾ ਪੁੱਤਰ ਘਰ ਆਇਆ ਤੇ ਪੜ੍ਹ ਨਹੀਂ ਰਿਹਾ ਸੀ, ਕੁਛ ਸ਼ਰਾਰਤ ਕਰ ਸੀ। ਮੈਂ ਕਿਹਾ ਮੈਂ ਤੈਨੂੰ ਕੁੱਟ ਦੇਣਾ, ਕਹਿੰਦਾ ਜੇ ਕੁੱਟੋਗੇ ਆਈ ਐਮ ਗੋਇੰ ਟੂ ਕਾਲ ਦ ਪੁਲਿਸ। ਆਈ ਸੈਡ ਓਕੇ ਦੈਟਸ ਨਾਈਸ, ਪਰ ਕਿਉਂ? ਕਹਿੰਦਾ ਮੈਨੂੰ ਸਕੂਲ 'ਚ ਦੱਸਿਆ ਜੇ ਘਰ ਕੁੱਟ ਪਏ ਤੇ ਪੁਲਿਸ ਬੁਲਾ ਲੈਣੀ ਹੈ। ਓਕੇ। ਐਂਡ ਯੂ ਨੋ ਐਜ਼ ਅ ਪੇਰੈਂਟ ਪਹਿਲਾਂ ਤਾਂ ਮੇਰਾ ਦਿਲ ਕਿਹਾ ਕਿ ਇੱਕ ਵਾਰ ਤਾਂ ਕੁੱਟੀ ਦਾ ਦੇਖੀ ਜਾਏਗੀ, ਬਟ ਐਜੂਕੇਸ਼ਨ ਦਿਸ ਇਜ਼ ਵੇਅਰ ਯੂ ਹੈਵ ਟੂ ਚੇਂਜ, ਕਿਉਂਕਿ ਮੈਂ ਕੁੱਟ ਖਾ ਕੇ ਵੱਡੀ ਹੋਈ ਹੈ, ਠੀਕ ਹੈ। ਮੈਂ ਇੰਨੀ ਸ਼ਰਾਰਤੀ ਸੀ, ਮੈਨੂੰ ਬਹੁਤ ਕੁੱਟ ਪੈਂਦੀ ਸੀ, ਮੇਰੇ ਲਈ ਉਹ ਨੋਰਮਲ ਹੈ। ਮੈਂ ਹੁਣ ਜੇ ਆਪਣੇ ਪੁੱਤਰ ਨੂੰ ਕਹਿ ਤਾਂ ਹਾਲੇ ਤਾਂ ਕੁੱਟੀ ਵੀ ਨਹੀਂ, ਸਿਰਫ ਧਮਕੀ ਦਿੱਤੀ ਸੀ। ਤੇ ਕਹਿੰਦੇ ਐਂਡ ਮੈਂ ਫਿਰ ਬੜੇ ਪਿਆਰ ਨਾਲ ਉਹਨੂੰ ਬਿਠਾ ਕੇ ਮੈਂ ਕਿਹਾ ਬੇਟਾ ਦੈਟਸ ਗ੍ਰੇਟ, ਇਟਸ ਗੁੱਡ ਕਿ ਤੁਹਾਨੂੰ ਪਤਾ ਕਿ ਜੇ ਤੁਹਾਡੇ ਨਾਲ ਕੋਈ ਗਲਤ ਕਰੇ ਤਾਂ ਪੁਲਿਸ ਸੱਦਣੀ ਹੈ, ਉਸ ਤੋਂ ਬਾਅਦ ਕੀ ਹੋਏਗਾ। ਦਿਸ ਇਜ਼ ਵਾਟ ਵੀ ਨੀਡ ਟੂ ਐਜੂਕੇਟ ਆਰਸੈਲਵਸ ਵਿਦ। ਇਹ ਕਨਵਰਸੇਸ਼ਨ ਆਪਣੇ ਬੱਚੇ ਦੇ ਨਾਲ ਕਰਨੀ ਬਹੁਤ ਜ਼ਰੂਰੀ ਹੈ। ਹੀ ਸੇਜ਼ ਉਹ ਤੁਹਾਨੂੰ ਫੜ ਕੇ ਲੈ ਜਾਣਗੇ, ਜੇਲ੍ਹ 'ਚ ਪਾ ਦੇਣਗੇ। ਮੈਂ ਕਿਹਾ ਉਹ ਹੋਰ ਵੀ ਵਧੀਆ, ਨਾ ਤੇਰੇ ਲਈ ਮੈਨੂੰ ਖਾਣਾ ਬਣਾਉਣਾ ਪਏਗਾ, ਨਾ ਸਫਾਈ ਕਰਨੀ ਪਏਗੀ, ਮੰਮੀ ਲਈ ਖਾਣਾ ਆਏਗਾ, ਮੰਮੀ ਆਰਾਮ ਕਰੇਗੀ। ਮੈਂ ਕਿਹਾ ਤੇ ਤੁਹਾਡਾ ਕੀ ਹੋਏਗਾ? ਤਾਂ ਫਿਰ ਨਾ, ਕਿਉਂਕਿ ਇਹ ਗੱਲ ਟੀਚਰ ਨੇ ਉਹਦੇ ਨਾਲ ਕੀਤੀ ਨਹੀਂ, ਉਹਨੇ ਤਾਂ ਦੱਸਤਾ ਕਿ ਪੁਲਿਸ ਨੂੰ ਬੁਲਾ ਰਿਹਾ, ਅੱਗੋਂ ਕੀ ਹੋਏਗਾ ਤਾਂ ਕਿਸੇ ਨੇ ਡਿਸਕਸ ਨਹੀਂ ਕੀਤਾ। ਐਸਾ ਦੈਟਸ ਗ੍ਰੇਟ, ਪਰ ਜੇ ਤੂੰ ਸ਼ਰਾਰਤ ਕਰ ਰਿਹਾ, ਮੈਂ ਰੋਕ ਰਹੀ ਹਾਂ ਕਿ ਤੇਰੇ ਚੋਟ ਨਾ ਲੱਗ ਜਾਏ, ਉਸ ਵੇਲੇ ਮੰਮੀ ਵੀ ਨਹੀਂ ਹੋਏਗੀ, ਮੰਮੀ ਤਾਂ ਜੇਲ੍ਹ 'ਚ ਹੋਏਗੀ। ਤੂੰ ਸ਼ਰਾਰਤ ਕਰ, ਚੋਟ ਲੱਗੇਗੀ, ਪਿਆ ਰਹੇਗਾ, ਫਿਰ ਕਿਹਨੂੰ ਹੈਲਪ ਕਰ ਪੁੱਛੇਂਗਾ। ਕਹਿੰਦੇ ਕੰਮ ਕਰਦਾ ਕੁੱਟ ਖਾ ਲੈਣਾ ਉਹ ਈਜ਼ੀ ਹੈ। ਐਂਡ ਦੈਨ ਇਟ ਬਿਕੇਮ ਅ ਲਾਫਟਰ ਟੌਪਿਕ ਬਿਟਵੀਨ ਅਸ। ਬਟ ਕਹਿਣ ਦਾ ਮਤਲਬ kids get educated. Same husband and wife also get educated outside. ਤੁਹਾਡੇ ਪਹਿਲੇ ਵਾਲੇ ਸਵਾਲ ਦਾ ਜਵਾਬ ਜਿਹੜਾ ਹੈ ਉਹ ਇਹ ਹੈ, ਜਿਨ੍ਹਾਂ ਨੂੰ ਲੱਗਦਾ ਨਾ ਸਾਡੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਉਹ ਬਾਹਰ ਕਈ ਵਾਰੀ 4 ਦੋਸਤ ਬੈਠਣਗੇ, ਕਹਿੰਦੇ ਤੇਰੇ ਤੇ ਕਿੱਦਾਂ ਚਲਾਇਆ, ਇਹ ਡੋਮੈਸਟਿਕ ਵਾਇਲੈਂਸ ਹੈ। ਉਹ ਜਦੋਂ ਦਿਮਾਗ ਦੇ ਵਿੱਚ ਪੈਂਦਾ ਹੈ ਨਾ ਤਾਂ ਤੁਹਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਹ ਤੁਸੀਂ ਆਪਣੇ ਆਪ ਅੰਦਰ ਬਹਿ ਕੇ ਸੋਚਣਾ ਹੈ, ਜੋ ਮੇਰੇ ਨਾਲ ਹੋ ਰਿਹਾ ਹੈ, ਸਾਹਮਣੇ ਵਾਲਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਜੈਨੂਇਨ ਹੈ। ਜਦੋਂ ਚਲੂ ਰਿਹਾ ਉਸ ਤੋਂ ਬਾਅਦ ਠੀਕ ਠੁਕ ਹੋ ਜਾਂਦਾ, ਮੈਂ ਵੀ ਠੀਕ ਹੋ ਜਾਂਦੀ ਹਾਂ, ਤੇ ਹੀ ਡਜ਼ਨਟ ਮੀਨਸ ਹਾਰਮ ਟੂ ਮੀ, ਮੈਨੂੰ ਲੈ ਕੇ ਬੜਾ ਪ੍ਰੋਟੈਕਟਿਡ ਹੈ, ਸਾਰੀ ਚੀਜ਼ਾਂ ਠੀਕ ਕਰ ਰਿਹਾ, ਦੈਨ ਦੈਟਸ ਨਾਟ ਡੋਮੈਸਟਿਕ ਵਾਇਲੈਂਸ। ਐਂਡ ਸਾਡੇ ਅੰਦਰ ਸਾਨੂੰ ਪਤਾ ਹੁੰਦਾ ਜਦੋਂ ਸਾਡੇ ਨਾਲ ਗਲਤ ਹੋ ਰਿਹਾ ਹੁੰਦਾ ਰਣਜੋਤ ਜੀ, ਅੰਤਰਾਤਮਾ ਦੀ ਆਵਾਜ਼ ਜਿਹੜੀ ਹੁੰਦੀ ਹੈ ਨਾ, ਉਹ ਹਰ ਇੱਕ ਦੇ ਵਿੱਚ ਠੀਕ ਬੋਲਦੀ ਹੈ। We need to ask ourselves rather than 4 ਸਾਡੀ ਸਹੇਲੀਆਂ ਜਾਂ 4 ਸਾਡੇ ਮੁੰਡੇ ਸਾਨੂੰ ਦੱਸਣ ਕਿ ਤੇਰੇ ਨਾਲ ਗਲਤ ਹੋ ਰਿਹਾ, ਤੁਹਾਨੂੰ ਤਾਂ ਪਤਾ ਨਾ ਘਰ ਦੇ ਵਿੱਚ ਕੀ ਹੋ ਰਿਹਾ, ਉਹ ਤਾਂ 5 ਮਿੰਟ ਦੇਖ ਕੇ ਚਲੇ ਗਏ। ਤੁਸੀਂ ਲੁਕਾ ਰਹੇ ਹੋ, ਅਸਲ ਤੇ ਲੁਕਾ ਰਹੇ ਹੋ, ਝੂਠ ਤੁਸੀਂ ਬਾਹਰ ਦੱਸ ਰਹੇ ਹੋ। ਤੇ ਜਿਹੜਾ ਘਰ ਦੀ 4 ਦੀਵਾਰੀ ਦੇ ਵਿੱਚ, ਤਾਂ ਇਹਨੂੰ ਡੋਮੈਸਟਿਕ ਵਾਇਲੈਂਸ ਕਹਿੰਦੇ ਨੇ। ਘਰ ਦੀ 4 ਦੀਵਾਰੀ ਦੇ ਵਿੱਚ ਜੋ ਹੋ ਰਿਹਾ ਉਹ ਤੁਹਾਨੂੰ ਪਤਾ ਤੁਹਾਡੇ ਨਾਲ ਗਲਤ ਹੋ ਰਿਹਾ ਕਿ ਠੀਕ ਹੋ ਰਿਹਾ, ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ। So we spoke about verbal, we spoke about emotional, we spoke about violence, the physical. Financial is another reason of domestic violence. ਤਨਖਾਹ ਆਈ, ਹਸਬੈਂਡ ਦੀ ਆਈ, ਜਨਾਨੀ ਨੇ ਆਪਣੇ ਅਕਾਊਂਟ 'ਚ ਪਾ ਲਈ, ਮੈਂ ਆਪਣੇ ਹਿਸਾਬ ਨਾਲ ਖਰਚਾਂਗੀ, ਤੂੰ $10 ਕਿੱਥੇ ਖਰਚ ਗਿਆ 10, ਮਾਂ ਪਿਓ 'ਤੇ ਖਰਚੇ, ਭੈਣ ਭਰਾਵਾਂ 'ਤੇ ਖਰਚੇ, ਦੋਸਤਾਂ 'ਤੇ ਖਰਚੇ, ਦੈਟਸ ਕੰਟਰੋਲ, ਸ਼ੁੱਡ ਨਾਟ ਹੈਪਨ। ਓਕੇ। ਵਾਈਫ ਦੀ ਤਨਖਾਹ ਹਸਬੈਂਡ ਦੇ ਅਕਾਊਂਟ ਉਹਨੇ ਆਪਣਾ ਲੈ ਲਿਆ, ਵੱਖਰਾ ਕਰ ਲਿਆ, ਭਾਵੇਂ ਵਾਈਫ ਦੇ ਅਕਾਊਂਟ ਦੇ ਵਿੱਚ ਵੀ ਆ ਰਹੀ ਹੈ, ਉਹਨੇ ਟ੍ਰਾਂਸਫਰ ਕਰ ਲਿਆ, ਵਾਈਫ ਦੇ ਕੋਲ ਕੋਈ ਪੈਸੇ ਨਹੀਂ, ਮਾਂ ਪਿਓ 'ਤੇ ਨਹੀਂ ਖਰਚ ਸਕਦੀ, ਆਪਣੇ 'ਤੇ ਨਹੀਂ ਖਰਚ ਸਕਦੀ, ਭੈਣ ਭਰਾਵਾਂ 'ਤੇ ਨਹੀਂ ਖਰਚ ਸਕਦੀ। ਇਟਸ ਰੋਂਗ ਰਣਜੋਤ ਜੀ। ਅਸੀਂ ਟ੍ਰੈਡੀਸ਼ਨਲੀ ਦੇਖਿਆ ਇੱਦਾਂ ਹੁੰਦਾ ਹੈ, ਪਰ ਯੂ ਹੈਵ ਟੂ ਅੰਡਰਸਟੈਂਡ ਉਸ ਵੇਲੇ ਐਕਚੁਅਲੀ ਫੀਮੇਲਸ ਇੰਨਾ ਕੰਮ ਨਹੀਂ ਕਰਦੀ ਸੀ। ਜਿਹੜਾ ਆਦਮੀ ਸੀ ਘਰੋਂ ਬਾਹਰ ਜਾਂਦਾ ਸੀ, ਕੰਮ ਕਰਦਾ ਸੀ, ਫੀਮੇਲ ਘਰ ਸੰਭਾਲਦੀ ਸੀ। ਸੋ ਟੈਕਨੀਕਲੀ ਹੀ ਫੈਲਟ ਕਿ ਜੇ ਮੇਰੀ ਵਾਈਫ ਮੇਰਾ ਕਮਾਇਆ ਹੋਇਆ ਆਪਣੇ ਮਾਂ ਪਿਓ 'ਤੇ ਖਰਚ ਰਹੀ, ਉਹ ਗਲਤ ਹੈ। ਉਹ ਵੀ ਡਿਬੇਟੇਬਲ ਹੈ, ਯੂ ਨੋ, ਬਿਕਾਜ਼ ਵਾਈਫ ਇਸ ਕਰਕੇ ਕੰਮ ਨਹੀਂ ਕਰ ਰਹੀ, ਬਿਕਾਜ਼ ਉਹ ਹਸਬੈਂਡ ਤੇ ਆਪਣਾ ਘਰ ਸੰਭਾਲ ਰਹੀ ਹੈ। ਇਸ ਦੇ ਉੱਤੇ ਅਸੀਂ ਇੱਕ ਪੂਰਾ ਸ਼ੋਅ ਆਪਣਾ ਡਿਸਕਸ ਕਰ ਸਕਦੇ ਹਾਂ, ਬਿਕਾਜ਼ ਇਟਸ ਅ ਵੈਰੀ ਵਾਸਟ ਟੌਪਿਕ। ਇਹ ਬੜੀ ਸਮੱਸਿਆ, ਇਹ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। ਮੈਨ ਉਹੀ ਰਹੇ, ਬਿਕਾਜ਼ DNA ਤਾਂ ਉਹੀ ਹੈਗਾ ਨਾ। ਤੁਸੀਂ ਬਾਹਰ ਆ ਗਏ,
ਐਜੂਕੇਸ਼ਨ ਡਿਫਰੈਂਟ ਹੋ ਗਈ, ਸੋਸਾਇਟੀ ਡਿਫਰੈਂਟ ਹੋ ਗਈ, ਪਰ ਡੀਐਨਏ ਜਿਹੜਾ ਪਿੱਛੋਂ ਚੱਲਦਾ ਆ ਰਿਹਾ ਹੈ ਆਫ ਬੀਇੰਗ ਦੀ ਐਲਫਾ ਮੇਲ ਪ੍ਰੋਵਾਈਡਰ ਆਫ ਦਾ ਫੈਮਿਲੀ, ਉਹਨੂੰ ਨਾਰਮਲ ਹੋਣ ਲਈ ਹਾਲੇ 1-2 ਜਨਰੇਸ਼ਨਸ ਹੋਰ ਲੱਗਣਗੀਆਂ। ਬਾਈ ਦੈਟ ਆਈ ਡੋਂਟ ਮੀਨ ਕਿ ਉਹ ਇਹ ਸਭ ਕਰਨ, ਮੈਂ ਸਿਰਫ ਰੀਜ਼ਨਿੰਗ ਦੱਸ ਰਹੀ ਹਾਂ, ਜਿਹੜੀ ਇਹ ਉਹਨਾਂ ਦੀ ਬਿਹੇਵੀਅਰ ਦੀ ਰੀਜ਼ਨਿੰਗ ਹੈਗੀ ਹੈ, ਉਹ ਇਹ ਹੈਗੀ ਹੈ। ਫੀਮੇਲਸ ਆਲਸੋ ਸਮਵੇਅਰ ਦੇ ਫੀਲ ਕਿ ਨਾਓ ਆਈ ਐਮ ਇੰਡੀਪੈਂਡੈਂਟ, ਮੈਨੂੰ ਕੁਐਸਚਨ ਕਿੱਦਾਂ ਕਰਤਾ। ਸੋ ਰਾਦਰ ਦੈਨ ਕਮਿੰਗ ਕਿ ਇੱਕ ਜੁਆਇੰਟ ਪ੍ਰੋਬਲਮ ਸੈਂਟਰ ਦੇ ਵਿੱਚ ਆ ਕੇ ਇਸ ਮਸਲੇ ਦਾ ਹੱਲ ਕੱਢਣ, ਐਵਰੀਬਡੀ ਸੇਜ਼ ਕਿ ਮੈਂ ਕੰਟਰੋਲ ਦੇ ਵਿੱਚ ਹਾਂ, ਮੇਰੀ ਕਮਾਈ ਹੈ, ਮੈਂ ਡਿਸਾਈਡ ਕਰਾਂਗਾ ਜਾਂ ਕਰਾਂਗੀ। joint account, together they spend, together they can spend either side of the families ਆਪਣੇ ਉੱਤੇ, ਉਹ ਇਹਦਾ ਮਿਡਲ ਗਰਾਊਂਡ ਹੈ, ਪਰ ਉਹ ਬਹੁਤ ਦੂਰ ਹੈ ਸਮਝਣ ਤੋਂ। ਬੇਸਿਕਲੀ ਜਦੋਂ ਇੱਕ ਚੀਜ਼ ਹਿਲਦੀ ਹੈ ਤੇ ਫਿਰ ਵਿਸ਼ਵਾਸ ਹਿਲ ਗਿਆ, ਸਾਰਾ ਕੁਛ ਹੀ ਹਿਲ ਗਿਆ। ਸੋ ਜੇ ਬਾਕੀ ਚੀਜ਼ਾਂ ਥਾਂ ਥਾਈ ਨੇ ਤੇ ਫਿਰ ਇਹ ਵਾਲੇ ਵੀ ਸਵਾਲ ਅੱਗੇ ਨਹੀਂ ਉੱਠਦੇ। ਬਿਲਕੁਲ। ਸੋ ਕੀ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਜਿਹੜੀ ਪ੍ਰਮਾਣਿਤ ਹੈ ਉਹ ਇਹ ਆ ਕਿ ਜਨਾਨੀਆਂ ਦੇ ਉੱਤੇ ਜ਼ਿਆਦਾ ਅਤਿਆਚਾਰ ਹੁੰਦਾ, ਅਤੇ ਇੱਥੇ ਉਹਨਾਂ ਦੇ ਵੱਲੋਂ ਬੰਦਿਆਂ ਦੇ ਵੱਲੋਂ ਇਸ ਚੀਜ਼ ਦੇ ਉੱਤੇ ਕਈ ਵਾਰੀ ਡਿਬੇਟ ਵੀ ਕੀਤੀ ਜਾਂਦੀ ਹੈ ਕਿ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕਾਨੂੰਨੀ ਜਿਹੜੇ ਫਾਇਦੇ ਨੇ ਜਾਂ ਨੋਰਮਸ ਨੇ ਉਹਨਾਂ ਦੇ ਹੱਕ ਦੇ ਵਿੱਚ ਨੇ, ਉੱਥੇ ਬੰਦਾ ਜ਼ਿਆਦਾ ਸਫਰ ਕਰਦਾ। ਪਰ ਵੇਖਣ ਦੇ ਵਿੱਚ, ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਬੰਦਿਆਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਦੇ ਉੱਤੇ ਸਗੋਂ ਹੋ ਰਿਹਾ ਉਲਟਾ ਡੋਮੈਸਟਿਕ ਵਾਇਲੈਂਸ। ਵੈਲਿਡ ਫੈਕਟਸ ਨੇ ਰਣਜੋਤ ਜੀ। ਅੱਜ ਦੀ ਫੈਕਟ ਜੇ ਤੁਸੀਂ ਗੂਗਲ ਕਰੋ ਤੇ 1 in 4 ਆਸਟ੍ਰੇਲੀਅਨ ਵਿਮਨ, ਇਹ ਆਸਟ੍ਰੇਲੀਅਨ ਹੈ, ਇਹ ਸਿਰਫ ਸਾਡਾ ਵਿਰਸਾ ਨਹੀਂ, 1 in 4 ਆਸਟ੍ਰੇਲੀਅਨ ਵਿਮਨ ਆਰ ਅ ਵਿਕਟਿਮ ਆਫ ਡੋਮੈਸਟਿਕ ਅਬਿਊਜ਼ ਐਂਡ 1 in 8 men, 8 ਦੇ ਵਿੱਚ ਇੱਕ ਆਦਮੀ ਡੋਮੈਸਟਿਕ ਵਾਇਲੈਂਸ ਦਾ ਉਹ ਹੈ। ਪਰ ਉਹਦਾ ਰੀਜ਼ਨ ਇਨ ਸਟੈਟਸ ਦਾ ਇਸ ਕਰਕੇ ਅਸੀਂ ਬਿਲੀਵ ਨਹੀਂ ਕਰ ਸਕਦੇ ਬਿਕਾਜ਼ ਮੋਸਟ ਆਫ ਦ ਕੇਸਿਸ ਫॉर men go unreported, ਉਹ ਜਾ ਕੇ ਰਿਪੋਰਟ ਨਹੀਂ ਕਰਦੇ। So and most of the cases with women, genuine, ungenuine also, report ਨਹੀਂ ਹੁੰਦੇ। ਤਾਂ ਤੁਸੀਂ ਕਿੰਨਾ ਕਿਨ ਸਟੈਟਸ ਤੇ ਬਿਲੀਵ ਕਰ ਸਕਦੇ ਹੋ is debatable, but this is ਸੋ ਦੋ ਪਾਸਿਆਂ ਤੋਂ ਹੀ ਆਪਾਂ ਜੇ ਵੇਖੀਏ ਤੇ ਨਾ ਇੱਧਰ ਪ੍ਰੋਪਰ ਆਪਾਂ ਵੇਖਦੇ ਹਾਂ ਵੀ ਹਰ ਕੋਈ ਬੰਦਾ ਜਾ ਕੇ ਰਿਪੋਰਟ ਕਰਦਾ। ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਜਿਹੜੇ ਲੋਕ ਜ਼ਿਆਦਾ ਬੋਲਣ ਵਾਲੇ ਨੇ ਜਾਂ ਜਿਹੜੇ ਸਿਰਫ ਡਰਾਮਾ ਹੀ ਕ੍ਰੀਏਟ ਕਰਨਾ ਚਾਹੁੰਦੇ ਨੇ, ਉਹ ਜਿਹੜੇ ਜੈਨੂਅਨ ਜਿਨ੍ਹਾਂ ਨੂੰ ਲੋੜ ਆ ਉਹ ਵਿਚਾਰੇ ਘਰਾਂ ਦੇ ਵਿੱਚ ਦੱਬੇ ਰਹਿੰਦੇ, ਤੇ ਅਸਲ ਦੇ ਵਿੱਚ ਜ਼ਿਆਦਾ ਲੋੜ ਵੀ ਉਹਨਾਂ ਨੂੰ ਹੀ ਆ। ਤੇ ਇੱਥੋਂ ਹੀ ਆਪਾਂ ਅੱਗੇ ਅਗਲੇ ਹਫ਼ਤੇ ਤੋਰਾਂਗੇ, ਕਿਉਂਕਿ ਇਹ ਕਾਫੀ ਸਾਰਾ ਕੁਛ ਜਿਹੜਾ ਹਲੇ ਸਾਡਾ ਜਾਣਨਾ ਜ਼ਰੂਰੀ ਆ, ਕੀ ਸਾਨੂੰ ਕਰਨਾ ਚਾਹੀਦਾ ਵਾ, ਕੀ ਸਾਨੂੰ ਨਹੀਂ ਕਰਨਾ ਚਾਹੀਦਾ, ਵਜ੍ਹਾ ਕੀ ਆ ਕਿ ਸਾਡੇ ਭਾਈਚਾਰੇ ਦੇ ਵਿੱਚ ਇਹ ਚੀਜ਼ ਇੰਨੀ ਜ਼ਿਆਦਾ ਵੱਧ ਗਈ ਆ, ਤਲਾਕ ਦੀ ਰੇਸ਼ੋ ਇੰਨੀ ਜ਼ਿਆਦਾ ਵੱਧ ਗਈ ਆ, ਉਹਨਾਂ ਤਲਾਕਾਂ ਦੇ ਪਿੱਛੇ ਡੋਮੈਸਟਿਕ ਵਾਇਲੈਂਸ ਕਿੱਥੇ ਕਿਹੜੀ ਹੱਦ ਤੱਕ ਤੇ ਕਿਉਂ ਜ਼ਿੰਮੇਵਾਰ ਆ, ਬਹੁਤ ਸਾਰੀਆਂ ਚੀਜ਼ਾਂ, ਬੜੇ ਸਾਰੇ ਪੁਆਇੰਟਸ, ਤੇ ਆਪਾਂ ਫਿਰ ਅਗਲੇ ਅੰਕ ਦੇ ਵਿੱਚ ਕਰਾਂਗੇ ਹੁਣ। ਜੀ। ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ। ਥੈਂਕ ਯੂ ਰਣਜੋਤ ਜੀ ਗੱਲ ਕਰਨ ਲਈ। ਥੈਂਕ ਯੂ। ਸੋ ਦੋਸਤੋ, ਇਹ ਸਨ ਦੀਪਿਕਾ ਜੀ, ਤੇ ਇਹ ਇਹਨਾਂ ਦੇ ਪੜ੍ਹਾਈ ਦਾ ਆਪਾਂ, ਇਹਨਾਂ ਦੇ ਐਕਸਪੀਰੀਅੰਸ ਦਾ ਆਪਾਂ ਹਮੇਸ਼ਾ ਹੀ ਸਮੇਂ ਦਰ ਸਮੇਂ ਆਪਾਂ ਲਾਹਾ ਲੈਂਦੇ ਰਹਿੰਦੇ ਹਾਂ। ਸੋ ਅੱਜ ਵੀ ਸਾਡੀ ਕੋਸ਼ਿਸ਼ ਇਹ ਹੋਈ ਸੀ ਕਿ ਉਹ ਮੁੱਦੇ ਜਿਹੜੇ ਭਾਈਚਾਰੇ ਦੇ ਵਿੱਚ ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਵੇਂ ਨਾ ਕਿਵੇਂ ਲੋਕਾਂ ਤੱਕ ਐਜੂਕੇਸ਼ਨ ਪਹੁੰਚਾਈ ਜਾਵੇ ਤਾਂ ਕਿ ਉਹ ਲਾਹਾ ਲੈ ਸਕਣ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਗਲੇ ਅੰਕ ਦੇ ਵਿੱਚ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਮੈਂ ਰਣਜੋਤ ਸਿੰਘ, ਰੇਡੀਓ ਹਾਂਜੀ 1674।